ਵੀ ਆਪਣੇ ਇਨਸਾਨਾਂ ਲਈ ਜਾਂ ਧਰਤੀ ਲਈ ਕੀੜੀਆਂ ਦਾ ਕੀ ਯੋਗਦਾਨ ਹੈ, ਕਿੰਨੀਆਂ ਕੁ ਮਹੱਤਵਪੂਰਨ ਹੈ ਕੀੜੀਆਂ? ਕੀੜੀਆਂ ਦਾ ਜਿਹੜਾ ਓਰੀਜਨ ਹੈ ਇਹ 145 ਤੋਂ 160 ਮਿਲੀਅਨ ਈਅਰਸ ਪਹਿਲੇ ਇਸ ਧਰਤੀ ਉੱਤੇ ਸ਼ੁਰੂ ਹੋਇਆ, ਜਦ ਕਿ ਜਿਹੜੀ ਸਾਡੀ ਸਪੀਸ਼ੀਜ਼ ਹੈ ਹਿਊਮਨ ਸਪੀਸ਼ੀਜ਼, ਅਸੀਂ ਇਹਦੇ ਤੇ ਬਹੁਤ ਮਤਲਬ ਇਹ ਕਹਿ ਲਓ ਕਿ ਮੇਨਲੀ 6 ਮਿਲੀਅਨ ਸਾਲ ਪਹਿਲੇ ਅਸੀਂ ਚਿੰਪੈਂਜ਼ੀ ਤੋਂ ਅਲੱਗ ਹੋਏ ਸੀ। ਹਰੇਕ ਪ੍ਰਜਾਤੀ ਆ ਉਹਦੀ ਕੋਈ ਨਾ ਕੋਈ ਦੇਣ ਜ਼ਰੂਰ ਆ, ਇਕੱਲੇ ਮਨੁੱਖ ਦੀ ਨਹੀਂ। ਅੱਜ ਮਨੁੱਖ ਜਿੰਨਾ ਲਾਲਚ ਦੇ ਮਗਰ ਪੈ ਕੇ ਧਰਤੀ ਨੂੰ ਬਰਬਾਦ ਕਰਨ ਤੇ ਲੱਗਿਆ ਹੋਇਆ, ਓਨਾ ਹੀ ਜਾਨਵਰ ਪੰਛੀ ਜਾਂ ਜਿਹੜੇ ਸਾਨੂੰ ਕਦੇ ਦਿਖਦੇ ਵੀ ਨਹੀਂ ਉਹ ਧਰਤੀ ਨੂੰ ਬਚਾਉਣ ਲਈ ਲੱਗੇ ਹੋਏ ਨੇ। ਸੋ ਮਨੁੱਖ ਆਪਣੇ ਆਪ ਨੂੰ ਦੇਖਦਾ, ਪਰ ਮਨੁੱਖ ਦੀ ਜਿਹੜੀ ਸਮਾਜ ਆ ਜਾਂ ਮਨੁੱਖ ਦਾ ਜਿਹੜਾ ਢਾਂਚਾ, ਉਹ ਮੈਂ ਇੱਦਾਂ ਸੋਚਦਾ ਕਿ ਉਹ ਬਹੁਤ ਆਪਣੇ ਆਪ ਲਈ ਜਾਂ ਸੈਲਫ ਇੰਟਰਸਟ ਲਈ ਹੁੰਦਾ ਹਮੇਸ਼ਾ। ਜਦੋਂ ਵੀ ਆਪਾਂ ਆਪਣੀ ਫੈਮਿਲੀ ਨੂੰ ਛੱਡ ਕੇ ਕਿਸੇ ਨਾਲ ਮਿਲਦੇ ਵਰਤਦੇ ਹਾਂ ਤਾਂ ਕੋਈ ਨਾ ਕੋਈ ਇੰਟਰਸਟ ਸਾਡਾ ਉਹਦੇ ਵਿੱਚ ਜ਼ਰੂਰ ਹੁੰਦਾ। ਜਿਹੜੀ ਸਾਡੀ ਸਪੀਸ਼ੀਜ਼ ਹੈ, ਜੇ ਇਹਨੂੰ 24 ਘੰਟੇ ਦੇ ਪੀਰੀਅਡ ਦੇ ਵਿੱਚ ਮੈਂ ਡਿਵਾਈਡ ਕਰਾਂ ਘੜੀ ਦੇ ਹਿਸਾਬ ਨਾਲ, ਤਾਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਅਸੀਂ ਸਿਰਫ 2 ਸੈਕਿੰਡ ਪਹਿਲੇ ਇਸ ਧਰਤੀ ਤੇ ਆਏ ਹਾਂ, ਔਰ ਇਨਸੈਕਟ ਜਿਹੜੇ ਆ ਜਾਂ ਕੀੜੀਆਂ ਜਿਹੜੀਆਂ ਉਹ ਸਾਡੇ ਤੋਂ ਬਹੁਤ ਪਹਿਲੇ ਇਹਦੇ ਤੇ ਆ ਚੁੱਕੀਆਂ ਸੀ। ਲੋਕੀ ਕੀ ਕਰਦੇ ਆ, ਇਹਨਾਂ ਦਾ ਪੇਸਟ ਬਣਾ ਲੈਂਦੇ ਆ। ਟਰਾਈਬਲਸ ਕੋਲ ਇਹਨਾਂ ਚੀਜ਼ਾਂ ਦੀ ਬਹੁਤ ਨੌਲੇਜ ਹੈ, ਤੁਹਾਨੂੰ ਪਤਾ, ਜਿਹੜੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਇੰਡੀਜੀਨਸ ਮੈਡੀਸਨਸ ਜਾਂ ਇੱਦਾਂ ਦੀਆਂ ਚੀਜ਼ਾਂ, ਉਹਨਾਂ ਨੇ ਕੀ ਉਹਨਾਂ ਦਾ ਪੇਸਟ ਬਣਾਉਂਦੇ ਆ। ਪੇਸਟ ਬਣਾ ਕੇ ਜਦੋਂ ਖੰਘ ਬੁਖਾਰ ਕੋਈ ਇੱਦਾਂ ਦੀ ਚੀਜ਼ ਹੁੰਦੀ, ਉਹ ਦਵਾਈ ਨਹੀਂ ਲੈਂਦੇ, ਉਹੀ ਖਾਂਦੇ ਆ ਪੇਸਟ, ਔਰ ਉਹਦੇ ਨਾਲ ਉਹ ਠੀਕ ਵੀ ਹੋ ਜਾਂਦੇ ਆ। ਚਾਈਨਾ ਦੇ ਵਿੱਚ ਸੂਪ ਦੇ ਤੌਰ ਤੇ ਵੀ ਵਰਤੀਆਂ ਜਾਂਦੀਆਂ। ਇੰਡੋਨੇਸ਼ੀਆ ਦੇ ਵਿੱਚ ਇਹਨਾਂ ਨੂੰ ਮੈਂ ਗਿਆ ਤੇ ਬਾਜ਼ਾਰ ਦੇ ਵਿੱਚ ਰੱਖੇ ਹੁੰਦੇ ਆ, ਉਹਨਾਂ ਨੇ ਲਾਰਵੇ ਐਗ ਪਿਊਪੇ, ਮਤਲਬ ਤੁਸੀਂ ਉੱਥੋਂ ਤੁਸੀਂ ਉਹਨਾਂ ਨੂੰ ਪਰਚੇਜ਼ ਕਰੋ ਤੇ ਆਪਣਾ ਚਾਹੇ ਸੂਪ ਬਣਾਓ ਚਾਹੇ ਸਬਜ਼ੀ 'ਚ ਪਾਓ। ਲੋਕੀ ਉੱਧਰ ਇਹਨਾਂ ਨੂੰ ਖਾਂਦੇ ਵੀ ਆ, ਬਿਕੋਜ਼ ਇਨਸੈਕਟਸ ਆਉਣ ਵਾਲੇ ਟਾਈਮ 'ਚ ਇੱਕ ਜ਼ਰੀਆ ਵੀ ਬਣ ਗਿਆ ਫੂਡ ਦਾ। ਐਨਰਜੀ ਬੋਲਣ ਤੇ ਨਹੀਂ ਵੇਸਟ ਕਰਦੀਆਂ, ਉਹ ਕੈਮੀਕਲਸ ਰਿਲੀਜ਼ ਕਰਦੀਆਂ, ਔਰ ਉਹ ਕੈਮੀਕਲਸ ਮਤਲਬ ਬਹੁਤ ਘੱਟ ਕੁਆਂਟੀਟੀ 'ਚ ਰਿਲੀਜ਼ ਹੁੰਦੇ ਆ। ਇੱਕ ਜੇ ਕੈਮੀਕਲ ਰਿਲੀਜ਼ ਕਰਦੀ ਹੈ ਤਾਂ ਦੂਜੀ ਉਹਨੂੰ ਸੈਂਸ ਕਰ ਲੈਂਦੀ ਹੈ। ਜਿਵੇਂ ਸਪੋਜ਼ ਕਰ ਲਓ ਪਰਫਿਊਮ ਹੈ, ਇੱਕ ਨੇ ਰਿਲੀਜ਼ ਕੀਤਾ ਦੂਜੀ ਨੇ ਉਹਨੂੰ ਸੈਂਸ ਕਰ ਲਿਆ, ਜਿਹਨੂੰ ਆਪਾਂ ਸੈਂਟ ਵੀ ਕਹਿ ਦਿੰਦੇ ਆ। ਉਸ ਪਰਫਿਊਮ ਦੇ ਮੋਲੀਕਿਊਲਸ ਨੂੰ ਓਬਜ਼ਰਵ ਕਰਕੇ, ਜਿਹੜੇ ਇਹਨਾਂ ਦੇ ਫੇਸ ਅੱਗੇ ਐਂਟੀਨੇ ਹੁੰਦੇ ਆ, ਉਹਦੇ ਨਾਲ ਉਹਨੂੰ ਸੈਂਸ ਕਰਕੇ ਉਹ ਇੱਕ ਦੂਜੇ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੀਆਂ। $12 ਮਿਲੀਅਨ ਟਨ ਡਰਾਈ ਕਾਰਬਨ ਵੇਟ ਹੈ ਕੀੜੀਆਂ ਦਾ ਅਰਥ ਉੱਤੇ। ਇੰਨਾ ਵੇਟ ਵਾਈਲਡ ਮੈਮਲਸ ਤੇ ਬਰਡਸ ਦਾ ਵੀ ਨਹੀਂ ਹੈ, ਔਰ ਮਤਲਬ ਅਸੀਂ ਪੰਜਵਾਂ ਮਤਲਬ ਸਾਡੇ ਕੰਪੈਰੀਜ਼ਨ 'ਚੋਂ ਪੰਜਵਾਂ ਹਿੱਸਾ ਬਣ ਜਾਂਦੀਆਂ। ਇੰਨਾ ਜ਼ਿਆਦਾ ਉਹਨਾਂ ਦਾ ਵੇਟ ਹੈ। ਇਹਦਾ ਮਤਲਬ ਵੇਟ ਭਾਰ ਦੇ ਐਂਗਲ ਤੋਂ ਨਹੀਂ ਹੋਇਆ, ਵੇਟ ਦਾ ਮਤਲਬ ਉਹ ਸਾਡਾ ਸਾਰਾ ਕੁਝ ਇਨਫਲੂਐਂਸ ਵੀ ਕਰ ਰਹੀਆਂ। ਜੇ ਉਹ ਕਿਸੇ ਜਗ੍ਹਾ ਤੇ ਹੈ ਤਾਂ ਸੋਇਲ ਨੂੰ ਵੀ ਪੱਟ ਰਹੀਆਂ, ਸੀਡਸ ਨੂੰ ਇੱਧਰ ਉੱਧਰ ਵੀ ਕਰ ਰਹੀਆਂ। ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ। ਪਰ ਇਹ ਇੱਕ ਇੱਦਾਂ ਦੀ ਐਗਜ਼ਾਮਪਲ ਹੈ ਨੇਚਰ ਦੇ ਵਿੱਚ ਕਿ ਜਿੱਥੇ ਜਿੰਨੇ ਵੀ ਮਤਲਬ ਜਿੱਦਾਂ ਕੀੜੀਆਂ ਦੀ ਇੱਕ ਕਲੋਨੀ ਹੈ ਜਾਂ ਇੱਕ ਸੰਸਾਰ ਹੈ, ਜਾਂ ਇੱਕ ਜਗ੍ਹਾ ਤੁਸੀਂ ਦੇਖਦੇ ਹੋ ਇੱਕ ਜਗ੍ਹਾ ਉਹ ਬਾਹਰ ਆ ਰਹੀਆਂ, ਉਹਦੇ ਅੰਦਰ ਜੋ ਹੈ 1000 ਤੋਂ ਲੈ ਕੇ ਮਿਲੀਅਨਸ ਦੇ ਵਿੱਚ ਉਹਨਾਂ ਦੇ ਮੈਂਬਰਸ ਹੁੰਦੇ ਆ। ਆਹ ਦੇਖੋ ਨਾ, ਜਿਹੜੀ ਆਪਾਂ ਗੱਲ ਕਰ ਰਹੇ ਸੀ, ਇਹ ਸਾਰੇ ਵਰਕਰਸ ਹੈ ਜਿਹੜੇ ਬਾਹਰ ਘੁੰਮ ਰਹੇ ਹੈ। ਔਰ ਇਹਨਾਂ ਦੇ ਵਿੱਚ ਇੱਕ ਹੋਰ ਬੜੀ ਇੰਟਰਸਟਿੰਗ ਚੀਜ਼ ਹੈ, ਜਿਹੜੇ ਵਰਕਰਸ ਹੈ ਇਹਨਾਂ ਦਾ ਸਾਈਜ਼ ਵੀ ਡਿਫਰ ਕਰ ਰਿਹਾ, ਕੋਈ ਬਹੁਤ ਛੋਟਾ ਕੋਈ ਬਹੁਤ ਵੱਡਾ। ਸੋ ਵਰਕਰ ਦੇ ਸਾਈਜ਼ 'ਚ ਵੀ ਡਿਫਰੈਂਸ ਹੁੰਦਾ, ਏਜ ਤੇ ਕੰਮ ਦੇ ਹਿਸਾਬ ਨਾਲ, ਮਤਲਬ ਕਿੰਨੀ ਚੀਜ਼ ਚੱਕਣੀ ਹੈ, ਕਿੰਨੇ ਨੈਸਟ ਨੂੰ ਬਚਾਉਣਾ, ਏਜ ਤੇ ਕੰਮ ਦੇ ਹਿਸਾਬ ਨਾਲ ਇਹਨਾਂ 'ਚ ਡਿਵੀਜ਼ਨ ਹੋ ਜਾਂਦੀ ਹੈ। ਸਾਡੀਆਂ ਗਤੀਵਿਧੀਆਂ ਕਰਕੇ 200 ਸਪੀਸ਼ੀਜ਼ ਅਸੀਂ ਡੇਲੀ ਲੂਜ਼ ਕਰ ਰਹੇ ਹਾਂ। 200 ਜਿੱਦੋਂ ਮੈਂ ਹੁਣ ਗੱਲ ਵੀ ਕਰ ਰਿਹਾ ਤੁਹਾਡੇ ਨਾਲ 15-20 ਮਿੰਟ, ਇਹਦੇ 'ਚ ਵੀ ਪਤਾ ਨਹੀਂ ਕਿੰਨੀਆਂ ਸਪੀਸ਼ੀਜ਼ ਇਸ ਅਰਥ ਤੋਂ ਖਤਮ ਹੋ ਜਾਣਗੀਆਂ। ਹੁਣ ਜੇ ਨੈਸਟ ਦੇ ਅੰਦਰ ਜੇ ਮੈਂ ਕਹਾਂ ਆਪਾਂ ਇਹਨੂੰ ਪੱਟੀਏ, ਔਰ ਇਹਦੇ ਅੰਦਰ ਜਿਹੜੇ ਐਗ ਹੈ ਜੇ ਉਹਨਾਂ ਨੂੰ ਬਚਾਉਣ ਦੀ ਗੱਲ ਆਵੇ ਤਾਂ ਸਾਰਿਆਂ ਤੋਂ ਪਹਿਲੇ ਜਿਹੜੇ ਵਰਕਰਸ ਹੈ ਜਿਨ੍ਹਾਂ ਦੀ ਏਜ ਜ਼ਿਆਦਾ ਜਾਂ ਜਿਹੜੇ ਜ਼ਿਆਦਾ ਐਕਸਪੀਰੀਅੰਸਡ ਹੈ ਉਹ ਬਚਾਉਣ ਦੀ ਕੋਸ਼ਿਸ਼ ਕਰਨਗੇ। ਤੁਸੀਂ ਕਿੰਨੀਆਂ ਪ੍ਰਜਾਤੀਆਂ ਇੱਦਾਂ ਦੀਆਂ ਲੱਭਣ ਦੇ ਵਿੱਚ ਕਾਮਯਾਬ ਹੋਏ ਹੋ ਜਿਹੜੀਆਂ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੀ ਲੈਬ ਦੇ ਵਿੱਚ ਇੰਨੀਆਂ ਹੈਗੀਆਂ ਨੇ? ਮੇਰੇ ਕੋਲ ਇਸ ਵੇਲੇ 1000 ਦੇ ਕਰੀਬ ਪ੍ਰਜਾਤੀਆਂ ਹੋਣਗੀਆਂ। ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ, ਮੈਂ ਮਨਦੀਪ। ਜ਼ਿੰਦਗੀ ਦੇ ਵਿੱਚ ਕਈ ਵਾਰੀ ਕੁਝ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਜਿਨ੍ਹਾਂ ਦੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਮਹੱਤਤਾ ਹੁੰਦੀ ਆ, ਪਰ ਉਹ ਮਹੱਤਤਾ ਦਾ ਸਾਨੂੰ ਪਤਾ ਹੀ ਨਹੀਂ ਲੱਗਦਾ
ਜਾਂ ਜੇ ਪਤਾ ਲੱਗਦਾ ਤਾਂ ਅਸੀਂ ਕੁਝ ਗੱਲਾਂ ਅਣਗੌਲੀਆਂ ਕਰ ਦਿੰਦੇ ਹਾਂ। ਪਰ ਅੱਜ ਦੀ ਗੱਲ ਆ ਜਿਹੜੀ ਇਹ ਅਣਗੌਲਿਆ ਕਰਨ ਵਾਲੀ ਨਹੀਂ, ਤੁਹਾਡੇ ਲਈ ਸਾਡੇ ਲਈ ਬੜੀ ਮਹੱਤਵਪੂਰਨ ਗੱਲ ਆ। ਤੁਸੀਂ ਸੋਚਦੇ ਹੋਵੋਗੇ ਕਿ ਕਿਹੜੀ ਗੱਲ ਇਹੋ ਜਿਹੀ ਆ ਜਿਹੜੀ ਇੰਨੀ ਮਹੱਤਵਪੂਰਨ ਆ। ਗੱਲ ਆ ਕੀੜੀਆਂ ਬਾਰੇ, ਕਿ ਕੀੜੀਆਂ ਸਾਡੇ ਸਮਾਜ ਨੂੰ, ਸਾਡੀ ਧਰਤੀ ਨੂੰ ਕੀ ਦੇਣ ਦਿੰਦੀਆਂ। ਅੱਜ ਅਸੀਂ ਪਹੁੰਚੇ ਹਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਿੱਥੇ ਡਾਕਟਰ ਹਰਮਿੰਦਰ ਭਾਰਤੀ ਉਹ ਕੀੜੀਆਂ ਤੇ ਸਰਚ ਕਰ ਰਹੇ ਆ। ਉਹਨਾਂ ਨੇ ਸ਼ੌਂਕ ਇੱਦਾਂ ਦਾ ਪਾਲਿਆ ਕਿ ਉਹ ਕੀੜੀਆਂ ਦੇ ਪਿੱਛੇ ਕਿਤੇ ਵੀ ਚਲੇ ਜਾਂਦੇ ਆ, ਕੀੜੀਆਂ ਨੂੰ ਦੇਖਦੇ ਆ, ਲੱਭਦੇ ਆ, ਕੀੜੀਆਂ ਬਾਰੇ ਖੋਜ ਕਰਦੇ ਆ। ਤਾਂ ਅੱਜ ਦੀ ਗੱਲਬਾਤ ਬੜੀ ਇੰਟਰਸਟਿੰਗ ਹੋਣ ਵਾਲੀ ਆ। ਆਪਾਂ ਗੱਲਬਾਤ ਕਰਾਂਗੇ ਡਾਕਟਰ ਹਰਮਿੰਦਰ ਭਾਰਤੀ ਜੀ ਨਾਲ। ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ। ਸ਼ੁਕਰੀਆ ਜੀ, ਤੁਸੀਂ ਆਏ ਤੇ ਮੈਨੂੰ ਸੁਣਨ ਲਈ ਟਾਈਮ ਦਿੱਤਾ। ਨਹੀਂ ਜੀ, ਸਾਡੇ ਲਈ ਵੀ ਖੁਸ਼ੀ ਦੀ ਗੱਲ ਆ ਜੀ, ਤੁਸੀਂ ਸਾਡੇ ਲਈ ਟਾਈਮ ਕੱਢਿਆ, ਕਿਉਂਕਿ ਕੀੜੀਆਂ ਬਾਰੇ ਜੀ ਅਸੀਂ ਨਾ ਜਦੋਂ ਬਚਪਨ 'ਚ ਹੁੰਦੇ ਕੀੜੀਆਂ ਨਾਲ ਖੇਡਦੇ ਸੀ, ਦੇਖਦੇ ਸੀਗੇ, ਤਾਂ ਮਨ 'ਚ ਸਵਾਲ ਉੱਠਦੇ ਸੀ ਕੀੜੀਆਂ ਦਾ ਕੀ ਸੰਸਾਰ ਆ, ਹੈ ਨਾ। ਤਾਂ ਤੁਸੀਂ ਉੱਤੇ ਖੋਜ ਕਰ ਰਹੇ ਹੋ। ਪਹਿਲੀ ਗੱਲ ਤਾਂ ਇਹੀ ਆ, ਤੁਹਾਡਾ ਕਿਵੇਂ ਮਨ ਬਣਿਆ ਕਿ ਕੀੜੀਆਂ ਬਾਰੇ ਖੋਜ ਕੀਤੀ ਜਾਵੇ? ਇੱਕ ਤਾਂ ਸਾਰਿਆਂ ਤੋਂ ਪਹਿਲੀ ਗੱਲ ਇਹ ਸੀ ਕਿ ਜਦੋਂ ਮੈਂ ਆਪਣੀ ਪੋਸਟ ਗ੍ਰੈਜੂਏਸ਼ਨ ਕਰ ਰਿਹਾ ਸੀ ਤੇ ਇੱਕ ਹਾਰਵਰਡ ਯੂਨੀਵਰਸਿਟੀ ਦੇ ਬਾਇਓਲੋਜਿਸਟ ਸੀ, ਉਹਨਾਂ ਦੀ ਪਿਛਲੇ ਸਾਲ ਡੈਥ ਹੋ ਗਈ, ਪ੍ਰੋਫੈਸਰ ਐਡਵਰਡ ਵਿਲਸਨ। ਉਹਨਾਂ ਨੇ ਬਹੁਤ ਜ਼ਿਆਦਾ ਇਹਦੇ 'ਤੇ ਕੰਮ ਕੀਤਾ ਤੇ ਉਹਨਾਂ ਦੀਆਂ ਕਾਫੀ ਬੁੱਕਸ ਮੈਨੂੰ ਉਸ ਵੇਲੇ ਪੜ੍ਹਨ ਨੂੰ ਮਿਲੀਆਂ ਤੇ ਮੇਰਾ ਕਾਫੀ ਇੰਟਰਸਟ ਇਹਨਾਂ ਦੇ ਵਿੱਚ ਉਸ ਵੇਲੇ ਮਤਲਬ ਪੈਦਾ ਹੋਇਆ। ਉਸ ਤੋਂ ਬਾਅਦ ਮੈਂ PhD ਤੋਂ ਬਾਅਦ ਪ੍ਰੋਫੈਸਰ ਵਿਲਸਨ ਨਾਲ ਕਾਫੀ ਕਮਿਊਨੀਕੇਟ ਵੀ ਕੀਤਾ ਉਹਨਾਂ ਨਾਲ, ਤੇ ਮੈਨੂੰ ਮਤਲਬ ਜਿਹੜੀ ਕਹਿ ਲਓ ਕਿ ਮੇਨ ਇੰਸਪੀਰੇਸ਼ਨ ਹੈ ਉਹ ਪ੍ਰੋਫੈਸਰ ਵਿਲਸਨ ਸੀ ਮੇਰੇ ਲਈ। ਤੇ ਉਹਨਾਂ ਨੂੰ ਮੈਂ ਆਪਣਾ ਰਿਸਰਚ ਲਈ ਉਹਨਾਂ ਨੂੰ ਆਪਣਾ ਮੈਂਟਰ ਮੰਨਦਾ ਕਿ ਉਹਨਾਂ ਨੂੰ ਦੇਖ ਕੇ ਹੀ ਮੈਂ ਇਹ ਕੰਮ ਸ਼ੁਰੂ ਕੀਤਾ। ਔਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਹਿੰਦੁਸਤਾਨ ਦੇ ਵਿੱਚ ਵੀ ਅੱਜ ਇਸ ਟੌਪਿਕ ਉੱਤੇ ਲੋਕੀ ਗੱਲ ਕਰਦੇ ਹੈ, ਕਿਉਂਕਿ ਜਦੋਂ ਮੈਂ ਸ਼ੁਰੂ ਕੀਤਾ ਸੀ ਉਦੋਂ ਇਹਦੇ 'ਤੇ ਕੋਈ ਜ਼ਿਆਦਾ ਇੰਨੀ ਗੌਰ ਨਹੀਂ ਦਿੰਦਾ ਸੀ ਕਿ ਇੱਦਾਂ ਦੇ ਵੀ ਕੋਈ ਇਨਸੈਕਟ ਜਾਂ ਇੱਦਾਂ ਦੇ ਵੀ ਕੋਈ ਐਨੀਮਲਸ ਇਸ ਧਰਤੀ ਉੱਤੇ ਹੈ, ਸਪੈਸ਼ਲੀ ਹਿੰਦੁਸਤਾਨ ਦੇ ਵਿੱਚ, ਜਿਨ੍ਹਾਂ ਦੇ ਉੱਤੇ ਗੌਰ ਕੀਤੀ ਜਾ ਸਕੇ। ਸੋ ਮੇਨ ਗੱਲ ਇਹ ਸੀ ਜਿਹਦੇ ਨਾਲ ਮੈਂ ਕਾਫੀ ਜ਼ਿਆਦਾ ਉਸ ਵੇਲੇ ਇੰਸਪਾਇਰ ਹੋਇਆ। ਡਾਕਟਰ ਸਾਹਿਬ, ਕੀੜੀਆਂ ਤੇ ਤੁਹਾਡੀ ਸਰਚ ਹੈ ਨਾ, ਤੁਸੀਂ ਲੰਮੇ ਟਾਈਮ ਤੋਂ ਇੱਥੇ ਕੰਮ ਕਰ ਰਹੇ ਹੋ, ਤਾਂ ਕੀ ਉਹਦੇ ਵਿੱਚੋਂ ਮਿਲਿਆ ਤੁਹਾਨੂੰ? ਕੀੜੀਆਂ ਦਾ ਕੀ ਸੰਸਾਰ ਆ ਜਿਹੜਾ ਅਸੀਂ ਦੇਖਦੇ ਜ਼ਰੂਰ ਆ ਪਰ ਸਾਨੂੰ ਨਹੀਂ ਪਤਾ ਕੀੜੀਆਂ ਕਿਹੋ ਜਿਹੇ ਸੰਸਾਰ 'ਚ ਰਹਿੰਦੀਆਂ, ਕਿਵੇਂ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ, ਉਹ ਸਾਰੀ ਗੱਲਬਾਤ ਦੱਸੋ। ਹਾਂਜੀ ਜ਼ਰੂਰ। ਦੇਖੋ, ਜਿਹੜੀ ਇਸ ਧਰਤੀ ਉੱਤੇ ਲਾਈਫ ਹੈ ਜਾਂ ਜੀਵਨ ਹੈ, ਉਹਦਾ ਜੋ ਐਟ ਪ੍ਰੈਜ਼ੈਂਟ ਜਿੰਨੀਆਂ ਵੀ ਕੈਲਕੂਲੇਸ਼ਨਸ ਹੈ ਉਹਦੇ ਅਕੋਰਡਿੰਗ ਕੀੜੀਆਂ ਦਾ ਜਿਹੜਾ ਓਰੀਜਨ ਹੈ ਇਹ 145 ਤੋਂ 160 ਮਿਲੀਅਨ ਈਅਰਸ ਪਹਿਲੇ ਇਸ ਧਰਤੀ ਉੱਤੇ ਸ਼ੁਰੂ ਹੋਇਆ। ਜਦ ਕਿ ਜਿਹੜੀ ਸਾਡੀ ਸਪੀਸ਼ੀਜ਼ ਹੈ, ਹਿਊਮਨ ਸਪੀਸ਼ੀਜ਼, ਅਸੀਂ ਇਹਦੇ 'ਤੇ ਬਹੁਤ ਮਤਲਬ ਇਹ ਕਹਿ ਲਓ ਕਿ ਮੇਨਲੀ 6 ਮਿਲੀਅਨ ਸਾਲ ਪਹਿਲੇ ਅਸੀਂ ਚਿੰਪੈਂਜ਼ੀ ਤੋਂ ਅਲੱਗ ਹੋਏ ਸੀ, ਤੇ ਸਾਡਾ ਜਿਹੜਾ ਹੈ ਉਹ 2.5 ਮਿਲੀਅਨ ਈਅਰਸ ਐਗੋ ਅਸੀਂ ਇਹਦੇ 'ਤੇ ਮਤਲਬ ਸਾਡਾ ਵਿਕਾਸ ਜਿਹਨੂੰ ਮੈਂ ਕਹਾਂ ਉਹ ਸ਼ੁਰੂ ਹੋਇਆ। ਸੋ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਇਹ 145 ਤੋਂ 160 ਮਿਲੀਅਨ ਈਅਰਸ ਐਗੋ ਇਸ ਧਰਤੀ 'ਤੇ ਆ ਗਈਆਂ ਸੀ। ਔਰ ਉਦੋਂ ਤੋਂ ਲੈ ਕੇ ਹੁਣ ਤੱਕ ਇਹਨਾਂ ਦੀਆਂ ਬਹੁਤ ਸਾਰੀਆਂ ਇੱਦਾਂ ਦੀਆਂ ਪ੍ਰਜਾਤੀਆਂ ਜਿਹੜੀਆਂ ਸਮਝ ਲਓ ਹੁਣ ਤੱਕ ਆਰਾਮ ਨਾਲ ਸਰਵਾਈਵ ਕਰ ਰਹੀਆਂ, ਬਚੀਆਂ ਹੋਈਆਂ। ਸੋ ਜੇ ਮੈਂ ਇਹ ਸਾਰੇ ਮਤਲਬ ਪੀਰੀਅਡ ਨੂੰ, ਜਿਹਨੂੰ ਆਪਾਂ ਸਾਇੰਸ 'ਚ ਕਹਿ ਦਿੰਦੇ ਹਾਂ ਕਿ ਇਸ ਤਰੀਕੇ ਨਾਲ ਸਾਰੇ ਪੀਰੀਅਡ ਨੂੰ ਜੇ ਮੈਂ ਡਿਵਾਈਡ ਕਰਾਂ 3600 ਤੋਂ 3800 ਮਿਲੀਅਨ ਈਅਰਸ ਤੋਂ ਲੈ ਕੇ ਹੁਣ ਤੱਕ, ਜਾਂ 3.6 to 3.8 ਬਿਲੀਅਨ ਈਅਰਸ ਤੋਂ ਲੈ ਕੇ ਹੁਣ ਤੱਕ, ਤਾਂ ਜਿਹੜੀ ਸਾਡੀ ਸਪੀਸ਼ੀਜ਼ ਹੈ ਜੇ ਇਹਨੂੰ 24 ਘੰਟੇ ਦੇ ਪੀਰੀਅਡ ਦੇ ਵਿੱਚ ਮੈਂ ਡਿਵਾਈਡ ਕਰਾਂ ਘੜੀ ਦੇ ਹਿਸਾਬ ਨਾਲ, ਤਾਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਅਸੀਂ ਸਿਰਫ 2 ਸੈਕਿੰਡ ਪਹਿਲੇ ਇਸ ਧਰਤੀ 'ਤੇ ਆਏ ਹਾਂ। ਔਰ ਇਨਸੈਕਟ ਜਿਹੜੇ ਆ ਜਾਂ ਕੀੜੀਆਂ ਜਿਹੜੀਆਂ ਉਹ ਸਾਡੇ ਤੋਂ ਬਹੁਤ ਪਹਿਲੇ ਇਹਦੇ 'ਤੇ ਆ ਚੁੱਕੀਆਂ ਸੀ। ਸੋ ਇਹਨਾਂ ਦਾ ਜਦੋਂ ਇਹਨਾਂ ਦਾ ਓਰੀਜਨ ਸ਼ੁਰੂ ਹੋਇਆ, ਜਾਂ ਜਦੋਂ ਕਹਿ ਲਓ ਕਿ ਇਵੋਲਵ ਹੋਣੀਆਂ ਸ਼ੁਰੂ ਹੋਈਆਂ, ਉਸ ਲਈ ਇਹਨਾਂ ਦੇ ਵਿੱਚ ਇੱਦਾਂ ਦਾ ਸਮਾਜਿਕ ਜਿਹਨੂੰ ਢਾਂਚਾ ਕਹਿੰਦੇ ਆ, ਉਹ ਪੁਰਾਣੀਆਂ ਮਤਲਬ ਉਸ ਟਾਈਮ ਦੀਆਂ ਸਪੀਸ਼ੀਜ਼ 'ਚ ਇੱਦਾਂ ਦਾ ਢਾਂਚਾ ਨਹੀਂ ਸੀ। ਹੌਲੀ ਹੌਲੀ ਉਹ ਕੋਆਪਰੇਸ਼ਨ ਡਿਵੈਲਪ ਹੋਣੀ ਸ਼ੁਰੂ ਹੋ ਗਈ। ਸੋ ਹੁਣ ਇਹ ਕੋਆਪਰੇਸ਼ਨ ਇੱਦਾਂ ਦੀ ਆ ਜਿੱਦਾਂ ਆਪਾਂ ਸੋਸ਼ੀਓਲੋਜੀ 'ਚ ਕਹਿ ਦਿੰਦੇ ਹਾਂ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਸੋ ਮਨੁੱਖ ਆਪਣੇ ਆਪ ਨੂੰ ਦੇਖਦਾ, ਪਰ ਮਨੁੱਖ ਦੀ ਜਿਹੜੀ ਸਮਾਜ ਆ ਜਾਂ ਮਨੁੱਖ ਦਾ ਜਿਹੜਾ ਢਾਂਚਾ, ਉਹ ਮੈਂ ਇੱਦਾਂ ਸੋਚਦਾ ਕਿ ਉਹ ਬਹੁਤ ਆਪਣੇ ਆਪ ਲਈ ਜਾਂ ਸੈਲਫ ਇੰਟਰਸਟ ਲਈ ਹੁੰਦਾ ਹਮੇਸ਼ਾ। ਜਦੋਂ ਵੀ ਆਪਾਂ ਆਪਣੀ ਫੈਮਿਲੀ ਨੂੰ ਛੱਡ ਕੇ ਕਿਸੇ ਨਾਲ ਮਿਲਦੇ ਵਰਤਦੇ ਹਾਂ ਤਾਂ ਕੋਈ ਨਾ ਕੋਈ ਇੰਟਰਸਟ ਸਾਡਾ ਉਹਦੇ ਵਿੱਚ ਜ਼ਰੂਰ ਹੁੰਦਾ। ਪਰ ਇਹ ਇੱਕ ਇੱਦਾਂ ਦੀ ਐਗਜ਼ਾਮਪਲ ਹੈ ਨੇਚਰ ਦੇ ਵਿੱਚ ਕਿ ਜਿੱਥੇ ਜਿੰਨੇ ਵੀ ਮਤਲਬ ਜਿੱਦਾਂ ਕੀੜੀਆਂ ਦੀ ਇੱਕ ਕਲੋਨੀ ਹੈ ਜਾਂ ਇੱਕ ਸੰਸਾਰ ਹੈ, ਜਾਂ ਇੱਕ ਜਗ੍ਹਾ ਤੁਸੀਂ ਦੇਖਦੇ ਹੋ ਇੱਕ ਜਗ੍ਹਾ ਉਹ ਬਾਹਰ ਆ ਰਹੀਆਂ, ਉਹਦੇ ਅੰਦਰ ਜੋ ਹੈ 1000 ਤੋਂ ਲੈ ਕੇ ਮਿਲੀਅਨਸ ਦੇ ਵਿੱਚ ਉਹਨਾਂ ਦੇ ਮੈਂਬਰਸ ਹੁੰਦੇ ਆ। ਹੁਣ ਬਹੁਤ ਘੱਟ ਮੈਂਬਰਸ ਬਾਹਰ ਆਉਂਦੇ ਆ ਜਿਨ੍ਹਾਂ ਨੇ ਫੂਡ ਲੈਣਾ ਜਾਂ ਜਿਨ੍ਹਾਂ ਨੇ ਬਾਕੀਆਂ ਨੂੰ ਬਚਾਉਣਾ। ਮਾਦਾ ਜਿਹੜੀ ਆ ਜਿਹਨੂੰ ਆਪਾਂ ਰਾਣੀ ਕਹਿੰਦੇ ਆ,
ਉਹ ਮੈਕਸਿਮਮ ਟਾਈਮ ਅੰਦਰ ਹੀ ਰਹਿੰਦੀ ਹੈ। ਔਰ ਉਹਨਾਂ ਦੀ ਰਿਪੋਰਟ ਇੱਦਾਂ ਦੀ ਵੀ ਹੈ ਕਿ ਕਈਆਂ ਕੇਸਿਸ ਦੇ ਵਿੱਚ 10 ਤੋਂ 15 ਸਾਲ ਦਾ ਲਾਈਫ ਸਪੈਨ ਵੀ ਉਹਨਾਂ ਦਾ ਹੈ। ਉਹ 10 ਤੋਂ 15 ਸਾਲ ਤੱਕ ਜਾਂ ਕਹਿ ਲਓ ਆਪਣੇ ਆਂਡੇ ਦਿੰਦੀ ਰਹਿੰਦੀ ਹੈ। ਹੁਣ ਉਹ ਆਂਡੇ ਅੰਦਰ ਤਿਆਰ ਹੋਈ ਜਾ ਰਹੇ ਹੈ, ਉਹਨਾਂ ਨੂੰ ਜਿਹੜੇ ਬਾਹਰ ਜਾ ਰਹੇ ਹੈ, ਜਿਨ੍ਹਾਂ ਨੂੰ ਆਪਾਂ ਸਾਇੰਟੀਫਿਕ ਲੈਂਗੁਏਜ 'ਚ ਵਰਕਰਸ ਕਹਿੰਦੇ ਆ, ਉਹ ਫੂਡ ਲਿਆ ਕੇ ਦਿੰਦੇ ਆ। ਹੁਣ ਇੰਟਰਸਟਿੰਗ ਚੀਜ਼ ਇਹ ਹੈ ਇਹਦੇ ਵਿੱਚ ਕਿ ਮਾਦਾ ਦੇ ਆਂਡਿਆਂ ਤੋਂ ਅਗਲੀ ਮਾਦਾ ਜਾਂ ਅਗਲੀ ਜਿਹੜੀ ਕੁਈਨ ਹੈ ਉਹ ਬਣਨੀਆਂ ਬਹੁਤ ਥੋੜ੍ਹੀਆਂ, ਨਾਲ ਹੀ ਜਿਹੜੇ ਨਰ ਹੈ ਉਹ ਵੀ ਬਹੁਤ ਥੋੜ੍ਹੇ ਬਣਨੇ ਆ। ਜਿਹੜੇ ਸਾਨੂੰ ਬਾਹਰ ਮਿਲਦੇ ਆ ਬਹੁਤ ਜ਼ਿਆਦਾ, ਉਹਨਾਂ ਨੂੰ ਆਪਾਂ ਵਰਕਰਸ ਕਹਿੰਦੇ ਆ। ਔਰ ਇੰਟਰਸਟਿੰਗ ਚੀਜ਼ ਇਹ ਹੈ ਕਿ ਉਹ ਰੀਪਰੋਡਿਊਸ ਨਹੀਂ ਕਰ ਸਕਦੇ, ਉਹ ਬੱਚੇ ਨਹੀਂ ਦੇ ਸਕਦੇ। ਮਤਲਬ ਮੈਕਸੀਮਮ ਕੇਸਿਸ 'ਚ ਇੱਦਾਂ ਦੀ ਸਿਚੁਏਸ਼ਨ ਹੈ ਕਿ ਉਹ ਬੱਚੇ ਨਹੀਂ ਦੇ ਸਕਦੇ। ਹੁਣ ਸਵਾਲ ਇੱਦਾਂ ਦਾ ਪੈਦਾ ਹੋ ਗਿਆ ਕਿ ਇੱਦਾਂ ਦੀਆਂ ਪ੍ਰਜਾਤੀਆਂ ਜਾਂ ਇੱਦਾਂ ਦੇ ਐਨੀਮਲਸ ਜਾਂ ਇੱਦਾਂ ਦਾ ਕੋਈ ਵੀ ਕਹਿ ਲਓ ਸਮਾਜਿਕ ਵਰਗ ਜਿਹਦੇ ਵਿੱਚ ਕੋਈ ਵੀ ਬੰਦਾ ਜਾਂ ਕੋਈ ਵੀ ਐਨੀਮਲ ਜਾਂ ਕੋਈ ਵੀ ਇਨਸੈਕਟ ਬਗੈਰ ਸੈਲਫ ਇੰਟਰਸਟ ਕੰਮ ਕਰੇ। ਸੋ ਇੱਕ ਇੱਦਾਂ ਦੀ ਚੀਜ਼ ਬਣ ਗਈ ਸੀ ਜਿਹਨੇ ਡਾਰਵਿਨ ਨੇ ਜਦੋਂ ਐਵੋਲਿਊਸ਼ਨ ਦੀ ਥਿਊਰੀ ਦਿੱਤੀ ਹੈ ਉਹਨੂੰ ਵੀ ਇਹਨੇ ਹਿੱਟ ਕੀਤਾ। ਉਹਨੇ ਵੀ ਇਹ ਸੋਚਣ ਲੱਗ ਗਿਆ ਕਿ ਇੱਦਾਂ ਇਹ ਕਿਉਂ ਕਰਦੇ ਆ। ਜੇ ਹੁਣ ਆਪਾਂ ਕਿਸੇ ਲਈ ਨਿਸਵਾਰਥ ਭਾਵਨਾ ਨਾਲ ਕੰਮ ਕਰੀ ਜਾ ਰਹੇ ਹਾਂ, ਸਾਨੂੰ ਪਤਾ ਸਾਡਾ ਇਹਦੇ 'ਚੋਂ ਮਿਲਣਾ ਕੁਛ ਨਹੀਂ। ਸੋ ਰਿਜ਼ਲਟ ਇਹ ਹੈ ਕਿ ਉਹ ਹਮੇਸ਼ਾ ਬਾਹਰ ਘੁੰਮਦੇ ਆ, ਜਿਹੜੇ ਬਾਹਰ ਹੁੰਦੇ ਆ। ਨਰ ਜਿਹੜੇ ਆ ਉਹ ਥੋੜ੍ਹੇ ਟਾਈਮ ਲਈ ਬਣਦੇ ਆ, ਸਮਝ ਲਓ 7 ਜਾਂ 10 ਦਿਨ ਜਾਂ ਮੈਕਸੀਮਮ 2 ਤੋਂ 3 ਵੀਕ। ਉਹਨਾਂ ਦਾ ਸਿਰਫ ਇੰਨਾ ਕੰਮ ਹੈ ਕਿ ਜਿਹੜੀਆਂ ਫੀਮੇਲ ਬਣੀਆਂ ਜਾਂ ਮਾਦਾ ਬਣੀਆਂ ਉਹਨਾਂ ਨੂੰ ਫਰਟੀਲਾਈਜ਼ ਕਰਨਾ। ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਜਾਂਦੀ ਹੈ। ਫਿਰ ਜਿਹੜੀਆਂ ਫਰਟੀਲਾਈਜ਼ ਹੋਈਆਂ ਫੀਮੇਲਸ ਹੈ ਜਾਂ ਜਿਨ੍ਹਾਂ ਨੂੰ ਮੈਂ ਕਹੂੰਗਾ ਫਿਊਚਰ ਕੁਈਨਸ ਹੈ, ਉਹ ਨਵੀਂ ਜਗ੍ਹਾ 'ਤੇ ਜਾ ਕੇ ਆਪਣਾ ਸ਼ੁਰੂ ਕਰਦੀਆਂ। ਮਤਲਬ ਮੈਜੋਰਟੀ ਆਫ ਕੇਸਿਸ 'ਚ ਆਈ ਹੁੰਦਾ ਕਿ ਨਵੀਂ ਜਗ੍ਹਾ 'ਤੇ ਜਾ ਕੇ ਉਹ ਨਵਾਂ ਨੈਸਟ ਬਣਾਉਂਦੀਆਂ, ਫਿਰ ਉਹ ਐਗ ਲੇ ਕਰਦੀਆਂ। ਐਗ ਲੇ ਕਰਨ ਤੋਂ ਬਾਅਦ ਫਿਰ ਨਵੇਂ ਵਰਕਰ ਬਣਦੇ ਆ। ਫਿਰ ਉਹ ਜਦੋਂ ਕਲੋਨੀ ਇੰਨੀ ਸ਼ੇਪ 'ਚ ਆ ਜਾਂਦੀ ਹੈ ਕਿ ਉਹਨਾਂ ਨੂੰ ਲੱਗਦਾ ਕਿ ਵਰਕਰਸ ਨੂੰ ਕਿ ਹੁਣ ਅਗਲੀ ਜਨਰੇਸ਼ਨ ਨੂੰ ਸਪੋਰਟ ਕੀਤਾ ਜਾ ਸਕਦਾ, ਫਿਰ ਉਹ ਦੁਬਾਰਾ ਨਰ ਤੇ ਮਾਦਾ ਦੁਬਾਰਾ ਉਹਨਾਂ ਦੇ ਆਂਡਿਆਂ ਤੋਂ ਬਣਦੇ ਆ। ਹੁਣ ਦੂਜੀ ਚੀਜ਼ ਇਹਦੇ 'ਚ ਇਹ ਵੀ ਇੰਟਰਸਟਿੰਗ ਹੈ ਕਿ ਸੁਣ ਕੇ ਤੁਸੀਂ ਹੈਰਾਨ ਹੋਵੋਗੇ ਕਿ ਆਂਡੇ ਇੱਕੋ ਹੀ ਤਰ੍ਹਾਂ ਦੇ ਹੁੰਦੇ ਆ ਜਿਨ੍ਹਾਂ ਤੋਂ ਵਰਕਰ ਤੇ ਅਗਲੀ ਮਾਦਾ ਬਣਨੀ ਹੈ। ਵਰਕਰ ਤੇ ਅਗਲੀ ਮਾਦਾ ਬਣਨੀ ਹੈ, ਆਂਡੇ ਇੱਕੋ ਹੀ ਤਰ੍ਹਾਂ ਦੇ ਹੁੰਦੇ ਆ। ਜਿੱਦਾਂ ਆਪਾਂ ਨੇ ਗੱਲ ਕਰਦੇ ਹਾਂ DNA ਦੀ, DNA ਇੱਕੋ ਹੀ ਤਰ੍ਹਾਂ ਦਾ। ਮੇਰੇ ਮਨ 'ਚ ਵੀ ਇਹੀ ਸਵਾਲ ਆ ਰਿਹਾ ਸੀ ਵੀ ਕੀ ਫਰਕ ਹੁੰਦਾ, ਤਾਂ ਚਲੋ ਤੁਸੀਂ ਕਲੀਅਰ ਕਰ ਦਿੱਤਾ। ਫਰਕ ਉਹ ਬੜਾ ਇੰਟਰਸਟਿੰਗ ਮੈਕੈਨਿਜ਼ਮ ਹੈ ਇਹਦੇ ਵਿੱਚ। ਇੱਕ ਤਾਂ ਚੀਜ਼ ਉਹ ਹੁੰਦੀ ਹੈ ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਜਿਹਨੂੰ ਪੰਜਾਬੀ ਜਾਂ ਹਿੰਦੀ 'ਚ ਕਹਿੰਦੇ ਅਨੁਵਾਂਸ਼ਿਕਤਾ, ਕਿ ਜਿਹੜੇ ਗੁਣ ਜਾਂ ਜੀਨ ਅਸੀਂ ਆਪਣੇ ਪੇਰੈਂਟਸ ਤੋਂ ਕੈਰੀ ਕਰਦੇ ਹਾਂ। ਮਦਰ ਜਾਂ ਫਾਦਰ, ਜੋ ਮੇਰੇ ਤੁਹਾਡੇ 'ਚ, ਜੇ ਮੇਰੇ 'ਚ 23 ਕ੍ਰੋਮੋਸੋਮ ਮੇਰੇ ਫਾਦਰ ਤੋਂ ਆਏ ਆ, ਮੇਰੀ ਮਦਰ ਤੋਂ ਆਏ ਆ, ਤਾਂ ਜਾਂ ਪਿੱਛੋਂ ਜੋ ਵੀ ਆ ਰਿਹਾ ਜਾਂ ਨਵੇਂ ਕੰਬੀਨੇਸ਼ਨ ਬਣ ਰਹੇ ਆ, ਮੈਂ ਉਹਨਾਂ ਨੂੰ ਐਕਸਪ੍ਰੈਸ ਕਰ ਰਿਹਾ ਆਪਣੀ ਫਾਰਮ ਦੇ ਵਿੱਚ। ਇਹਨਾਂ ਦੇ ਕੇਸ ਦੇ ਵਿੱਚ ਕੀ ਹੈ ਕਿ ਜੀਨਸ ਤਾਂ ਚਲੋ ਹੈ ਜਿਹੜੇ ਪਿੱਛੋਂ ਆਏ ਹੈ, ਪਰ ਜਦੋਂ ਆਂਡਾ ਡਿਵੈਲਪ ਕਰ ਰਿਹਾ ਹੁੰਦਾ, ਬਣ ਰਿਹਾ ਹੁੰਦਾ, ਜਦੋਂ ਸਮਝ ਲਓ ਉਹਨੇ ਫਿਊਚਰ ਵਰਕਰ ਜਾਂ ਫਿਊਚਰ ਕੁਈਨ ਬਣਨਾ, ਤਾਂ ਉਸ ਵੇਲੇ ਆਲੇ ਜਿਹੜਾ ਐਨਵਾਇਰਮੈਂਟ ਹੈ, ਐਨਵਾਇਰਮੈਂਟ ਬਹੁਤ ਵੱਡਾ ਰੋਲ ਪਲੇ ਕਰਦਾ। ਇਹ ਸਿਚੁਏਸ਼ਨ ਉਸ ਲਈ ਜੱਜ ਕੀਤੀ ਜਾਂਦੀ ਹੈ ਕਿ ਕੀ ਹੁਣ ਅਗਲੀਆਂ ਮਾਦਾ ਬਣਾਉਣ ਦੀ ਘੜੀ ਆ ਗਈ ਹੈ, ਕਿ ਇਹ ਨਾ ਹੋਵੇ ਕਿ ਅਸੀਂ ਉਹਦੇ ਵਿੱਚ ਹੁਣ ਬਣਾ ਕੇ ਬਹਿ ਜਾਈਏ ਔਰ ਉਹਨਾਂ ਨੂੰ ਸਪੋਰਟ ਕਰਨ ਲਈ ਇੰਨੇ ਵਰਕਰ ਸਾਡੇ ਕੋਲ ਹੋਣ ਨਾ। ਇੰਨੇ ਵਰਕਰ ਸਾਡੇ ਕੋਲ ਹੋਣ ਨਾ। ਸੋ ਪਹਿਲੇ ਇਹ ਦੇਖਿਆ ਜਾਂਦਾ ਕਿ ਉਹ ਇਸ ਲੈਵਲ 'ਤੇ ਆ ਜਾਏ ਕਲੋਨੀ ਕਿ ਅਗਲੀ ਜਨਰੇਸ਼ਨ ਨੂੰ ਕੀ ਸਪੋਰਟ ਕਰ ਸਕਦੀ ਹੈ, ਇੰਨੇ ਕੁ ਵਰਕਰ ਪ੍ਰੋਡਿਊਸ ਹੋ ਜਾਣ, ਫਿਰ ਉਹ ਆਂਡੇ ਜਿਹੜੇ ਆ ਉਹ ਮਾਦਾ 'ਚ ਤਬਦੀਲ ਹੋਣੇ ਸ਼ੁਰੂ ਹੁੰਦੇ ਆ। ਅੱਛਾ, ਜਿਵੇਂ ਆਪਾਂ ਜਿਨ੍ਹਾਂ ਨੂੰ ਬਾਹਰੀ ਤੌਰ ਤੇ ਦੇਖੀਏ, ਜਿਹੜੇ ਰਾਣੀ ਕੀੜੀ ਆ ਜਾਂ ਦੂਜੀਆਂ ਕੀੜੀਆਂ, ਇਹਨਾਂ 'ਚ ਬਾਹਰੀ ਤੌਰ ਤੇ ਕੀ ਫਰਕ ਹੁੰਦਾ ਜੇ ਆਪਾਂ ਨੂੰ ਦੇਖਣੇ 'ਚ? ਕਾਫੀ ਫਰਕ ਹੈ ਉਹਦੇ ਵਿੱਚ ਦੋਨਾਂ ਨੂੰ। ਜੇ ਆਪਾਂ ਵੈਸੇ ਦੇਖਦੇ ਹਾਂ, ਜਿਹੜੀਆਂ ਮਾਦਾ ਹੈਗੀਆਂ ਉਹਨਾਂ ਦੇ ਵਿੱਚ ਮੈਜੋਰਟੀ ਆਫ ਕੇਸਿਸ ਦੇ ਵਿੱਚ ਖੰਭ ਵੀ ਹੁੰਦੇ ਆ, ਵਿੰਗ ਹੁੰਦੇ ਆ, ਕਿਉਂਕਿ ਨੋਰਮਲੀ ਉਹ ਬਾਹਰ ਆ ਕੇ ਫਲਾਈ ਕਰਕੇ ਮੇਲਸ ਨਾਲ ਮੇਟ ਕਰਦੀਆਂ, ਉਹਨਾਂ ਨਾਲ ਬਰੀਡ ਕਰਦੀਆਂ। ਦੂਜਾ ਸਾਈਜ਼ 'ਚ ਵੀ ਡਿਫਰੈਂਸ ਹੁੰਦਾ ਉਹਨਾਂ ਦੇ ਵਿੱਚ, ਕਿਉਂਕਿ ਫੀਮੇਲ ਦੇ ਕੇਸ ਦੇ ਵਿੱਚ ਜਿਹਨੇ ਅੱਗੇ ਰਾਣੀ ਬਣਨਾ, ਵਰਕਰ ਵੀ ਫੀਮੇਲ ਹੀ ਹੈ, ਵਰਕਰ ਵੀ ਫੀਮੇਲ ਹੈ, ਪਰ ਉਹ ਰੀਪਰੋਡਿਊਸ ਨਹੀਂ ਕਰ ਸਕਦਾ। ਬਾਂਝ ਜਿਹਨੂੰ ਆਪਾਂ ਕਹਿੰਦੇ ਆ, ਉਹ ਵਾਲੀ ਕੈਟਾਗਰੀ ਹੈ, ਉਹ ਵੀ ਫੀਮੇਲ ਹੈ। ਅਤੇ ਜਿਹੜੀ ਨੋਰਮਲ ਫੀਮੇਲ ਹੈ ਉਹਦਾ ਸਾਈਜ਼ ਵੀ ਵਰਕਰ ਦੇ ਕੰਪੈਰੀਜ਼ਨ 'ਚ ਥੋੜ੍ਹਾ ਜਿਹਾ ਵੱਡਾ ਹੁੰਦਾ, ਕਿਉਂਕਿ ਜਦੋਂ ਉਹਨੇ ਐਗ ਲੇ ਕਰਨੇ ਆ, ਅਗਲੀ ਜਨਰੇਸ਼ਨ ਨੂੰ ਸਪੋਰਟ ਕਰਨਾ, ਤਾਂ ਉਹਦੇ ਕੋਲ ਫੈਟ ਰਿਜ਼ਰਵ ਕੰਪੈਰੇਟਿਵਲੀ ਜ਼ਿਆਦਾ ਹੁੰਦੇ ਆ। ਪਰ ਇੰਟਰਸਟਿੰਗ ਚੀਜ਼ ਇਹਦੇ 'ਚ ਇਹ ਵੀ ਹੈ, ਕਈ ਪ੍ਰਜਾਤੀਆਂ 'ਚ ਇਹ ਵੀ ਦੇਖਿਆ ਗਿਆ ਕਿ ਜੇ ਕੁਈਨ ਦੀ ਡੈਥ ਹੋ ਜਾਂਦੀ ਹੈ ਤਾਂ ਕੋਈ ਨਾ ਕੋਈ ਵਰਕਰ ਵੀ ਦੁਬਾਰਾ ਚੇਂਜ ਹੋ ਜਾਂਦਾ ਇਨਟੂ ਕੁਈਨ। ਅੱਛਾ, ਜਿਵੇਂ ਇਹ ਇੱਕ ਦੇਖਦੇ ਨਾ ਇੱਕੋ ਲਾਈਨ 'ਚ ਚੱਲਦੀਆਂ ਜੀ, ਹਨਾ, ਇੱਕੋ ਲਾਈਨ 'ਚ, ਉਹਦਾ ਕੀ ਕਾਰਨ ਕੀ ਹੁੰਦਾ ਵੀ ਇੱਕ ਦੂਜੇ ਦੇ ਪਿੱਛੇ ਪਿੱਛੇ ਜਾਣਾ, ਵੀ ਉਵੇਂ ਕਮਿਊਨੀਕੇਸ਼ਨ ਕਰਦੀਆਂ? ਇਹ ਬਹੁਤ ਅੱਛਾ ਕੁਐਸਚਨ ਹੈ ਤੁਹਾਡਾ, ਕਿਉਂਕਿ ਸਾਡੀ ਪ੍ਰਜਾਤੀ ਹਿਊਮਨ ਸਪੀਸ਼ੀਜ਼ ਇਹ ਸੋਚਦੀ ਹੈ ਕਿ ਮੈਂ ਬਹੁਤ ਇੰਟੈਲੀਜੈਂਟ ਹਾਂ,
ਜਿਵੇਂ ਹੁਣ ਤੁਸੀਂ ਗੱਲ ਕਰ ਰਹੇ ਹੋ ਜਾਂ ਮੈਂ ਗੱਲ ਕਰ ਰਿਹਾ ਤੇ ਅਸੀਂ ਬਹੁਤ એનર્ਜੀ ਇਹਦੇ ਲਈ ਵੇਸਟ ਕਰ ਰਹੇ ਹਾਂ। ਅਸੀਂ ਮੇਰੇ ਹਿਸਾਬ ਨਾਲ ਸਾਰਿਆਂ ਤੋਂ ਬੇਵਕੂਫ ਜਿਹੜੀ ਸਪੀਸ਼ੀਜ਼ ਹੈ ਉਹ ਸਾਡੀ ਹੈ, ਬਿਕੋਜ਼ ਅਸੀਂ ਇਕਨੋਮਿਕਲ ਨਹੀਂ ਹੈ ਹਰ ਚੀਜ਼ ਲਈ। ਮਤਲਬ ਅਸੀਂ ਜਦੋਂ ਹੁਣ ਕੋਈ ਵੀ ਕੰਮ ਕਰਦੇ ਹਾਂ ਉਹਦੇ 'ਚ ਅਸੀਂ ਇਕਨੋਮਿਕਲੀ ਨਹੀਂ ਉਸ ਚੀਜ਼ ਨੂੰ ਦੇਖਦੇ ਕਿ ਇਹਦੇ 'ਚ ਅਸੀਂ ਕੀ ਲੂਜ਼ ਕਰ ਰਹੇ ਹਾਂ ਜਾਂ ਕੀ, ਮਤਲਬ ਅਸੀਂ ਲੂਜ਼ ਨਹੀਂ ਦੇਖਦੇ ਹਮੇਸ਼ਾ ਕਿ ਐਨਰਜੀ ਕਿੰਨੀ ਜਾ ਰਹੀ ਹੈ। ਇਹਨਾਂ ਦੇ ਕੇਸ ਦੇ ਵਿੱਚ ਜਿਹੜੀ ਕਮਿਊਨੀਕੇਸ਼ਨ ਹੈ ਵਰਬਲ ਨਹੀਂ ਹੈ। ਐਨਰਜੀ ਬੋਲਣ 'ਤੇ ਨਹੀਂ ਵੇਸਟ ਕਰਦੀਆਂ, ਉਹ ਕੈਮੀਕਲਸ ਰਿਲੀਜ਼ ਕਰਦੀਆਂ, ਔਰ ਉਹ ਕੈਮੀਕਲਸ ਮਤਲਬ ਬਹੁਤ ਘੱਟ ਕੁਆਂਟੀਟੀ 'ਚ ਰਿਲੀਜ਼ ਹੁੰਦੇ ਆ। ਇੱਕ ਜੇ ਕੈਮੀਕਲ ਰਿਲੀਜ਼ ਕਰਦੀ ਹੈ ਤਾਂ ਦੂਜੀ ਉਹਨੂੰ ਸੈਂਸ ਕਰ ਲੈਂਦੀ ਹੈ। ਜਿਵੇਂ ਸਪੋਜ਼ ਕਰ ਲਓ ਪਰਫਿਊਮ ਹੈ, ਇੱਕ ਨੇ ਰਿਲੀਜ਼ ਕੀਤਾ ਦੂਜੀ ਨੇ ਉਹਨੂੰ ਸੈਂਸ ਕਰ ਲਿਆ, ਜਿਹਨੂੰ ਆਪਾਂ ਸੈਂਟ ਵੀ ਕਹਿ ਦਿੰਦੇ ਹਾਂ। ਉਸ ਪਰਫਿਊਮ ਦੇ ਮੋਲੀਕਿਊਲਸ ਨੂੰ ਓਬਜ਼ਰਵ ਕਰਕੇ, ਜਿਹੜੇ ਇਹਨਾਂ ਦੇ ਫੇਸ ਅੱਗੇ ਐਂਟੀਨੇ ਹੁੰਦੇ ਆ, ਉਹਦੇ ਨਾਲ ਉਹਨੂੰ ਸੈਂਸ ਕਰਕੇ ਉਹ ਇੱਕ ਦੂਜੇ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੰਦੀਆਂ। ਕਈ ਵਾਰੀ ਐਂ ਵੀ ਹੁੰਦਾ ਨਾ, ਜਿਵੇਂ ਉਹ ਜਾ ਰਹੀਆਂ ਆਪਾਂ ਵਿੱਚ, ਮੈਂ ਦੇਖਿਆ ਛੋਟੇ ਹੁੰਦੇ ਹੱਥ ਫੇਰ ਦਿੰਦੇ ਫਿਰ ਉਹ ਉਲਝ ਜਾਂਦੀਆਂ ਸੀ ਨਾ। ਬਿਲਕੁਲ ਠੀਕ ਹੈ। ਤੁਸੀਂ ਬੇਸਿਕਲੀ ਹੱਥ ਫੇਰ ਕੇ ਤੁਸੀਂ ਕਰਦੇ ਕੀ ਹੋ, ਤੁਸੀਂ ਉਹਦਾ ਚੈਨਲ ਤੋੜ ਦਿੰਦੇ ਹੋ। ਮਤਲਬ ਜਿਹੜੀ ਇੱਕ ਰਸਤਾ ਬਣਿਆ ਹੋਇਆ, ਇੱਕ ਜਿਹੜੀ ਮੋਹਰੇ ਗਈ ਸੀ ਉਹਨੇ ਇੱਕ ਰਸਤਾ ਬਣਾਤਾ ਇੱਕ ਕੈਮੀਕਲ ਛੱਡ ਕੇ, ਦੂਜਿਆਂ ਨੇ ਉਹਨੂੰ ਸੈਂਟ ਨੂੰ ਫੋਲੋ ਕਰਨਾ ਸ਼ੁਰੂ ਕਰਤਾ। ਐਨੀਮਲਸ ਦੇ ਵਿੱਚ ਵੈਸੇ ਹੀ ਹੈ ਕਿ ਸੈਂਟ ਨਾਲ ਇੱਕ ਦੂਜੇ ਨੂੰ ਫੋਲੋ ਕਰਨਾ। ਸੋ ਉਹਨੂੰ ਜਦੋਂ ਫੋਲੋ ਕਰਨਾ ਸ਼ੁਰੂ ਕਰਦੇ ਹੋ, ਤੁਸੀਂ ਹੱਥ ਫੇਰਤਾ, ਹਲਦੀ ਪਾਤੀ, ਪੋਚਾ ਮਾਰਤਾ, ਤੁਸੀਂ ਉਹ ਟ੍ਰੇਲ ਤੋੜਤੀ। ਜਦੋਂ ਉਹ ਤੋੜਤੀ ਤਾਂ ਅਗਲੀ ਲਈ ਫਿਰ ਉਹ ਕੈਮੀਕਲ ਸੈਂਸ ਕਰਨਾ, ਕੈਮੀਕਲ ਹੈ ਹੀ ਨਹੀਂ ਤਾਂ ਉਹਨੇ ਸੈਂਸ ਕੀ ਕਰਨਾ, ਫਿਰ ਉਹ ਟ੍ਰੇਲ ਟੁੱਟ ਜਾਂਦੀ ਹੈ। ਇਹ ਅੱਛਾ ਜੀ, ਇੱਕ ਵੀ ਆਪਣੇ ਇਨਸਾਨਾਂ ਲਈ ਜਾਂ ਧਰਤੀ ਲਈ ਕੀੜੀਆਂ ਦਾ ਕੀ ਯੋਗਦਾਨ ਹੈ, ਕਿੰਨੀਆਂ ਕੁ ਮਹੱਤਵਪੂਰਨ ਹੈ ਕੀੜੀਆਂ? ਬਹੁਤ ਵਧੀਆ ਇਹ ਵੀ ਸਵਾਲ ਹੈ ਤੁਹਾਡਾ। ਦੇਖੋ, ਮੈਂ ਜਦੋਂ ਪਹਿਲੇ ਸ਼ੁਰੂ ਕੀਤਾ ਸੀ, ਮੈਂ ਐਡਵਰਡ ਵਿਲਸਨ ਹੋਰਾਂ ਦੀ ਗੱਲ ਕੀਤੀ ਸੀ। ਉਹਨਾਂ ਨੇ ਬਹੁਤ ਪਹਿਲੇ 70s ਦੇ ਵਿੱਚ ਇੱਕ ਗੱਲ ਕਹੀ ਸੀ, ਔਰ ਮੈਂ ਜਦੋਂ ਉਹ ਗੱਲ ਕਿਤੇ ਵੀ ਲੈਕਚਰ ਦੇ ਵਿੱਚ ਕਹਿੰਦਾ ਸੀ ਤਾਂ ਬਹੁਤ ਸਾਰੇ ਸਾਇੰਟਿਸਟ ਮੇਰੇ ਦੋਸਤ ਮੈਨੂੰ ਕੁਐਸਚਨ ਵੀ ਕਰਦੇ ਸੀ ਕਿ ਇਹਦਾ ਕੋਈ ਐਵੀਡੈਂਸ ਹੈ। ਉਹਨਾਂ ਨੇ ਕਿਹਾ ਸੀ ਕਿ ਇਹਨਾਂ ਦਾ ਜਿਹੜਾ ਭਾਰ ਹੈ ਧਰਤੀ ਉੱਤੇ ਕੀੜੀਆਂ ਦਾ, ਮਤਲਬ ਸਾਈਜ਼ ਦੀ ਗੱਲ ਨਾ ਕਰੀਏ ਆਪਾਂ। ਜੇ ਹੁਣ ਤੁਸੀਂ ਇੱਕ ਨੈਸਟ ਦੇਖਦੇ ਹੋ ਜਿੱਥੇ ਉਹ ਰਹਿੰਦੀਆਂ, ਉਹਦੇ ਵਿੱਚ ਉਹ ਮਿਲੀਅਨਸ ਜਾਂ ਹਜ਼ਾਰਾਂ ਦੀ ਤਾਦਾਦ 'ਚ ਹੁੰਦੀਆਂ ਵਰਕਰਸ ਹੁੰਦੇ ਆ। ਸੋ ਉਹਨਾਂ ਨੇ ਕਿਹਾ ਕਿ ਇਹਨਾਂ ਦਾ ਜਿਹੜਾ ਭਾਰ ਹੈ ਧਰਤੀ ਉੱਤੇ, ਉਹ ਸਾਡੀ ਜਿਹੜੀ ਸਪੀਸ਼ੀਜ਼ ਹੈ ਬਾਕੀ ਮੈਮਲਸ ਜਾਂ ਬਰਡਸ ਨੂੰ ਮਿਲਾ ਕੇ ਉਤੋਂ ਵੀ ਕਿਤੇ ਜ਼ਿਆਦਾ। ਇੱਕ ਸਿੰਪਲ ਲਾਈਨ ਉਸ ਵੇਲੇ ਉਹਨਾਂ ਨੇ ਆਪਣੀ ਬੁੱਕ ਦੇ ਵਿੱਚ ਲਿਖੀ ਸੀ, ਪੇਪਰ ਦੇ ਵਿੱਚ। ਤੇ ਜਦੋਂ ਵੀ ਮੈਂ ਇਹ ਗੱਲ ਕਰਦਾ ਸੀ, ਲੋਕੀ ਮੈਨੂੰ ਇਹ ਪੁੱਛਦੇ ਸੀ, ਹੱਸਦੇ ਸੀ ਕਿ ਇੱਦਾਂ ਪੋਸੀਬਲ ਹੈ, ਕਿਉਂਕਿ ਆਪਾਂ ਤਾਂ ਆਪਣੀ ਸੋਚ ਹੀ ਆਪਣੇ ਤੇ ਮਹਦੂਦ ਹੈ ਨਾ, ਆਪਾਂ ਆਪਣੇ ਤੋਂ ਵੱਧ ਦੇਖਦੇ ਹੀ ਨਹੀਂ। ਹੁਣ ਇਸੇ ਸਾਲ ਇੱਕ ਪੇਪਰ ਆਇਆ, ਮੇਰੇ ਹਾਂਗਕਾਂਗ ਤੋਂ ਸਾਇੰਟਿਸਟ ਫਰੈਂਡ ਹੈ ਉਹਨਾਂ ਦਾ, ਉਹਨਾਂ ਨੇ ਜਿੰਨਾ ਡਾਟਾ ਅੱਜ ਤੱਕ ਕੀੜੀਆਂ ਉੱਤੇ ਜਾਂ ਕੰਟਰੀਜ਼ ਦੇ ਵਿੱਚ ਹੋਇਆ, ਉਹ ਸਾਰੇ ਡਾਟੇ ਨੂੰ ਸਰਚ ਕੀਤਾ। ਸਰਚ ਕਰਕੇ ਉਹਨਾਂ ਨੇ ਵਰਕਆਊਟ ਕੀਤਾ, ਔਰ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਉਹਨਾਂ ਨੇ ਜਦੋਂ ਵਰਕਆਊਟ ਕੀਤਾ, ਉਹਨਾਂ ਨੇ ਕਿਹਾ ਕਿ 12 ਮਿਲੀਅਨ ਟਨ ਡਰਾਈ ਕਾਰਬਨ ਵੇਟ ਹੈ ਕੀੜੀਆਂ ਦਾ ਅਰਥ ਉੱਤੇ। ਇੰਨਾ ਵੇਟ ਵਾਈਲਡ ਮੈਮਲਸ ਤੇ ਬਰਡਸ ਦਾ ਵੀ ਨਹੀਂ ਹੈ। ਔਰ ਮਤਲਬ ਅਸੀਂ ਪੰਜਵਾਂ ਮਤਲਬ ਸਾਡੇ ਕੰਪੈਰੀਜ਼ਨ 'ਚੋਂ ਪੰਜਵਾਂ ਹਿੱਸਾ ਬਣ ਜਾਂਦੀਆਂ, ਇੰਨਾ ਜ਼ਿਆਦਾ ਉਹਨਾਂ ਦਾ ਵੇਟ ਹੈ। ਇਹਦਾ ਮਤਲਬ ਵੇਟ ਭਾਰ ਦੇ ਐਂਗਲ ਤੋਂ ਨਹੀਂ ਹੋਇਆ, ਵੇਟ ਦਾ ਮਤਲਬ ਉਹ ਸਾਡਾ ਸਾਰਾ ਕੁਝ ਇਨਫਲੂਐਂਸ ਵੀ ਕਰ ਰਹੀਆਂ। ਜੇ ਉਹ ਕਿਸੇ ਜਗ੍ਹਾ ਤੇ ਹੈ ਤਾਂ ਸੋਇਲ ਨੂੰ ਵੀ ਪੱਟ ਰਹੀਆਂ, ਸੀਡਸ ਨੂੰ ਇੱਧਰ ਉੱਧਰ ਵੀ ਕਰ ਰਹੀਆਂ। ਅਸੀਂ ਉਹਨਾਂ ਚੀਜ਼ਾਂ ਨੂੰ ਨਹੀਂ ਦੇਖਦੇ। ਅਸੀਂ ਜਦੋਂ ਬਰਬਾਦੀ ਕਰਦੇ ਹਾਂ ਜਾਂ ਇਹਨਾਂ ਚੀਜ਼ਾਂ ਦੀ, ਅਸੀਂ ਛੋਟੀ ਛੋਟੀ ਚੀਜ਼ ਨਹੀਂ ਦੇਖਦੇ। ਸੋ ਉਹ ਉੱਦਾਂ ਦੇ ਕੰਮ ਕਰਕੇ ਅਸੀਂ ਖਰਾਬੀ ਕਰ ਰਹੇ ਹਾਂ ਹੁਣ। ਸੋ ਇਹਨਾਂ ਦਾ ਰੋਲ ਬਹੁਤ ਵੱਡਾ ਇਨ ਟਰਮਸ ਆਫ ਵੇਟ, ਇਨਫਲੂਐਂਸ ਇਹਨਾਂ ਦਾ ਸਾਡੇ ਇਕੋਸਿਸਟਮ 'ਤੇ ਬਹੁਤ ਜ਼ਿਆਦਾ, ਸਾਡੇ ਸਰਵਾਈਵਲ 'ਚ ਬਹੁਤ ਵੱਡਾ ਰੋਲ ਹੈ। ਦੂਜੀ ਚੀਜ਼ ਜਿਹੜੀ ਹੈ ਕਿ ਇਹਨਾਂ ਨੂੰ ਦੇਖ ਕੇ ਅਸੀਂ ਇਹਨਾਂ ਦੀ ਕੈਮੀਕਲ ਕਮਿਊਨੀਕੇਸ਼ਨ, ਇਹਨਾਂ ਦਾ ਸੁਸਾਇਟੀ, ਇਹ ਕਿੱਦਾਂ ਰਹਿੰਦੀਆਂ, ਕਿੱਦਾਂ ਕਮਿਊਨੀਕੇਟ ਕਰਦੀਆਂ, ਬਹੁਤ ਕੁਛ ਇਹਦੇ 'ਤੇ ਸਾਇੰਟਿਸਟ ਕੰਮ ਕਰ ਰਹੇ ਹੈ। ਜਿੱਦਾਂ ਅਮਰੀਕਾ ਦੇ ਵਿੱਚ ਇੱਕ ਹੈ ਜਿਹੜੀਆਂ ਕੀੜੀਆਂ, ਉਹਨਾਂ ਨੂੰ ਕਹਿੰਦੇ ਆ ਲੀਫ ਕਟਰ ਐਂਟਸ। ਉਹ ਕੀ ਕਰਦੀਆਂ ਕਿ ਪੱਤੇ ਕੱਟ ਕੇ ਅੰਦਰ ਲੈ ਜਾਂਦੀਆਂ। ਪੱਤੇ ਕੱਟ ਕੇ ਜਦੋਂ ਅੰਦਰ ਲੈ ਜਾਂਦੀਆਂ, ਹੁਣ ਪੱਤਾ ਤੁਹਾਨੂੰ ਪਤਾ ਕਿ ਸੈਲੂਲੋਜ਼ ਹੈ ਉਹਦੇ 'ਚ। ਸੈਲੂਲੋਜ਼ ਨੂੰ ਤਾਂ ਅਸੀਂ ਵੀ ਨਹੀਂ ਡਾਈਜੈਸਟ ਕਰ ਸਕਦੇ ਕਿਉਂਕਿ ਸਾਡੇ ਕੋਲ ਐਂਜ਼ਾਈਮ ਨਹੀਂ ਹੈ। ਸਾਗ ਅਸੀਂ ਖਾਈ ਜਾਂਦੇ ਹਾਂ, ਪਰ ਸਾਗ ਅਸੀਂ ਡਾਈਜੈਸਟ ਨਹੀਂ ਕਰ ਸਕਦੇ ਬਿਕੋਜ਼ ਸਾਡੇ ਕੋਲ ਐਂਜ਼ਾਈਮ ਨਹੀਂ ਹੈ। ਰਫੇਜ ਦਾ ਕੰਮ ਕਰਦਾ ਉਹ। ਇਹ ਅੰਦਰ ਜਦੋਂ ਲੈ ਜਾਂਦੀਆਂ, ਸੈਲੂਲੋਜ਼ ਨੂੰ ਬ੍ਰੇਕ ਡਾਊਨ ਕਰਨਾ, ਲੀਫ ਨੂੰ ਤੋੜਨਾ ਔਖਾ ਕੰਮ ਹੈ। ਇਹ ਕੀ ਕਰਦੀਆਂ, ਉਹਦੇ ਉੱਤੇ ਫੰਗਸ ਨੂੰ ਗਰੋ ਕਰ ਦਿੰਦੀਆਂ। ਫਫੂਦੀ ਜਿਹਨੂੰ ਕਹਿੰਦੇ ਆ, ਉਹਨੂੰ ਗਰੋ ਕਰਦੀਆਂ। ਫੰਗਸ ਉਹਨੂੰ ਬ੍ਰੇਕ ਡਾਊਨ ਕਰ ਦਿੰਦੀ ਹੈ। ਜਦੋਂ ਫੰਗਸ ਨੇ ਉਹਨੂੰ ਛੋਟੇ ਛੋਟੇ ਚੀਜ਼ਾਂ 'ਚ ਬ੍ਰੇਕ ਡਾਊਨ ਕਰਤਾ, ਕਾਰਬੋਹਾਈਡਰੇਟ, ਪ੍ਰੋਟੀਨ, ਫਿਰ ਇਹ ਉਹਨੂੰ ਕੰਜ਼ਿਊਮ ਕਰਦੀਆਂ। ਹੁਣ ਉੱਥੇ ਚੀਜ਼ ਇੱਕ ਹੋਈ ਕਿ ਸਾਇੰਟਿਸਟ ਇੱਦਾਂ ਸੋਚਣ ਲੱਗ ਗਏ ਕਿ ਜੇ ਅੰਦਰ ਫੰਗਸ ਨੂੰ ਗਰੋ ਕਰਨ ਲਈ ਜਿਹੜਾ ਮਾਹੌਲ ਹੈ ਉਹ ਹਿਊਮਿਡ ਚਾਹੀਦਾ। ਹਿਊਮਿਡ ਦਾ ਮਤਲਬ ਥੋੜ੍ਹੀ ਜਿਹੀ ਆਪਾਂ ਨੂੰ ਹਿਊਮਿਡਿਟੀ ਚਾਹੀਦੀ ਹੈ। ਅਤੇ ਕੀ ਇਹਨਾਂ ਨੂੰ ਇਨਫੈਕਸ਼ਨ ਕਿਉਂ ਨਹੀਂ ਹੁੰਦੀ?
ਇਹਨਾਂ ਨੂੰ ਵੀ ਤਾਂ ਇਨਫੈਕਸ਼ਨ ਹੋਣੀ ਚਾਹੀਦੀ ਹੈ ਨਾ। ਉਹਨਾਂ ਨੇ ਦੈਨ ਵਰਕਆਊਟ ਕੀਤਾ ਕਿ ਇਹ ਇਦਾਂ ਦੇ ਕੈਮੀਕਲਸ ਰਿਲੀਜ਼ ਕਰਦੀਆਂ ਜਿਨ੍ਹਾਂ ਕਰਕੇ ਇਹਨਾਂ ਨੂੰ ਇਨਫੈਕਸ਼ਨ ਨਹੀਂ ਹੁੰਦੀ। ਹੁਣ ਉੱਥੋਂ ਲੀਡ ਆਪਾਂ ਨੂੰ ਕੀ ਮਿਲੀ ਕਿ ਜੇ ਆਪਾਂ ਉਹ ਕੈਮੀਕਲ ਆਈਸੋਲੇਟ ਕਰ ਲੈਂਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਤਾਂ ਬਹੁਤ ਸਾਰੇ ਬੈਕਟੀਰੀਆ ਫੰਜਾਈ ਦੇ ਅਗੇਂਸਟ ਉਹ ਕੰਮ ਕਰ ਸਕਦਾ। ਸੋ ਨੇਚਰ ਦੇ ਵਿੱਚ ਬਹੁਤ ਕੁਛ ਹੈ ਜਿਹਨੂੰ ਦੇਖ ਹੋ ਹੀ ਸਕਦਾ ਜਿਹੜਾ ਨੇਚਰ 'ਚ ਜਾਊਗਾ। ਬਿਕੋਜ਼ ਅੱਜ ਕੱਲ੍ਹ ਦੀ ਪ੍ਰੋਬਲਮ ਸਾਰਿਆਂ ਤੋਂ ਵੱਡੀ ਇਹ ਹੋ ਗਈ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਖੋਜ ਹੈ ਲੈਬੋਰਟਰੀ ਸੈਂਟਰਿਕ ਹੈ। ਲੈਬਸ ਦੇ ਵਿੱਚ ਜ਼ਿਆਦਾ ਕੰਮ ਹੋ ਰਿਹਾ, ਲੋਕੀ ਫੀਲਡ 'ਚ ਜਾਣਾ ਪਸੰਦ ਨਹੀਂ ਕਰਦੇ। ਸੋ ਉਹਦੇ ਕਰਕੇ ਇਹ ਹੁੰਦਾ ਕਿ ਜਿਹੜੀ ਚੀਜ਼ ਕੁਦਰਤ ਨੇ ਸਮਝ ਲਓ ਮਿਲੀਅਨ ਈਅਰਸ ਜਾਂ ਕਿੰਨੇ ਲੱਖਾਂ ਸਾਲ ਲਾ ਕੇ ਬਣਾਈ ਹੈ, ਤੁਸੀਂ ਇੱਕ ਸ਼ਾਟ ਦੇ ਵਿੱਚ ਉਹਨੂੰ ਖਤਮ ਕਰਤਾ ਔਰ ਜਿੰਨੀ ਇਨਫੋਰਮੇਸ਼ਨ ਉਹਨੇ ਇੰਨੇ ਸਾਲਾਂ 'ਚ ਕੈਰੀ ਕੀਤੀ ਹੋਈ ਸੀ ਉਹਦੇ ਨਾਲ ਹੀ ਖਤਮ ਹੋ ਗਈ। ਜੀ ਜੀ ਜੀ, ਜਿਵੇਂ ਹੁਣ ਦੇਖਦੇ ਆ ਜੀ ਸਾਰੇ ਥਾਂ ਪੱਕੇ ਹੋਏ ਜਾਂਦੇ ਆ ਨਾ, ਕੱਚਾ ਥਾਂ ਕੋਈ ਰਹਿੰਦਾ ਨਹੀਂ। ਕਿ ਇਹਨਾਂ ਨਾਲ ਵੀ ਫਰਕ ਪੈਂਦਾ ਕੀੜੀਆਂ ਦੇ ਸੰਸਾਰ ਤੇ, ਕੀੜੀਆਂ ਦੀ ਲਾਈਫ ਤੇ? ਹਾਂ ਬਿਲਕੁਲ। ਹੁਣ ਅਸੀਂ ਰੀਸੈਂਟਲੀ ਮੇਰੀ ਜਿੰਨੇ ਵੀ ਮੇਰੇ ਸਟੂਡੈਂਟਸ ਹੈ, ਹੁਣ ਜਿੰਨਾ ਵੀ ਇਹ ਕੰਮ ਹੈ ਮੇਰੇ ਇਕੱਲੇ ਦਾ ਤਾਂ ਹੈ ਨਹੀਂ, ਮੇਰੇ PhD ਸਟੂਡੈਂਟਸ ਦਾ ਬਹੁਤ ਵੱਡਾ ਯੋਗਦਾਨ ਹੈ ਇਹਦੇ ਵਿੱਚ। ਉਹ ਬੱਚੇ ਕਾਫੀ ਡੈਡੀਕੇਟਡਲੀ ਇਹਦੇ 'ਤੇ ਕੰਮ ਕਰਦੇ ਆ। ਸੋ ਅਸੀਂ ਆਲ ਓਵਰ ਇੰਡੀਆ ਜਦੋਂ ਸਰਵੇ ਕਰਕੇ ਦੇਖਿਆ ਤਾਂ ਮਤਲਬ ਇੱਦਾਂ ਦੀਆਂ ਜਗ੍ਹਾ ਜਿੱਥੇ ਡਿਸਟਰਬੈਂਸ ਬਹੁਤ ਜ਼ਿਆਦਾ, ਹਿਊਮਨ ਬੀਇੰਗਸ ਨੇ ਬਹੁਤ ਜ਼ਿਆਦਾ ਬਰਬਾਦੀ ਕੀਤੀ ਹੈ ਜਾਂ ਡਿਸਟਰਕਸ਼ਨ ਕੀਤੀ ਹੈ, ਉਹਨਾਂ ਜਗ੍ਹਾ ਦੇ ਉੱਤੇ ਆਮ ਪ੍ਰਜਾਤੀਆਂ ਦੀ ਬਜਾਏ ਉਹ ਵਾਲੀਆਂ ਸਪੀਸ਼ੀਜ਼ ਜ਼ਿਆਦਾ ਫੈਲ ਗਈਆਂ ਜਿਹੜੀਆਂ ਇਨਵੇਸਿਵ ਹੈ। ਇਨਵੇਸਿਵ ਸਪੀਸ਼ੀਜ਼ ਦਾ ਇੱਕ ਖਾਸ ਕਰੈਕਟਰ ਹੁੰਦਾ ਉਹਨਾਂ ਦਾ, ਇਹ ਹੁੰਦਾ ਕਿ ਜਿਵੇਂ ਜਿਹੜੀ ਜਗ੍ਹਾ ਅਸੀਂ ਮੋਡੀਫਾਈ ਕਰਤੀ ਉਹ ਆਮ ਪ੍ਰਜਾਤੀ ਲਈ ਤਾਂ ਕੰਮ ਦੀ ਰਹੀ ਨਹੀਂ, ਉਹਦਾ ਬਚਣਾ ਤਾਂ ਉੱਥੇ ਔਖਾ। ਇਨਵੇਸਿਵ ਸਭ ਕੁਛ ਹੀ ਖਾ ਲੈਂਦੀਆਂ, ਉੱਥੇ ਰਹਿਣਾ ਸ਼ੁਰੂ ਕਰਦੀਆਂ, ਆਰਾਮ ਨਾਲ ਰਹਿ ਜਾਂਦੀਆਂ। ਔਰ ਜਿਹੜੀਆਂ ਉੱਥੇ ਦੀਆਂ ਪ੍ਰਜਾਤੀਆਂ ਮਤਲਬ ਜਿਹੜੀਆਂ ਉਸ ਜਗ੍ਹਾ ਨੂੰ ਅਡੈਪਟਡ ਸੀ ਜਾਂ ਉਸ ਜਗ੍ਹਾ ਨੂੰ ਅਨੁਕੂਲ ਸੀਗੀਆਂ ਉਹ ਉੱਥੋਂ ਹੌਲੀ ਹੌਲੀ ਖਤਮ ਹੋ ਜਾਂਦੀਆਂ। ਹੁਣ ਡਾਟਾ ਐਟ ਪ੍ਰੈਜ਼ੈਂਟ ਇਹ ਹੈ ਕਿ ਸਾਡੀਆਂ ਗਤੀਵਿਧੀਆਂ ਕਰਕੇ 200 ਸਪੀਸ਼ੀਜ਼ ਅਸੀਂ ਡੇਲੀ ਲੂਜ਼ ਕਰ ਰਹੇ ਹਾਂ। 200 ਜਿਦੋਂ ਮੈਂ ਹੁਣ ਗੱਲ ਵੀ ਕਰ ਰਿਹਾ ਤੁਹਾਡੇ ਨਾਲ 15-20 ਮਿੰਟ, ਇਹਦੇ 'ਚ ਵੀ ਪਤਾ ਨਹੀਂ ਕਿੰਨੀਆਂ ਸਪੀਸ਼ੀਜ਼ ਇਸ ਅਰਥ ਤੋਂ ਖਤਮ ਹੋ ਜਾਣਗੀਆਂ। ਪਰ ਉਹਨਾਂ ਦੇ ਖਤਮ ਹੋਣ ਤੋਂ ਪਹਿਲੇ ਡਾਟਾ ਸਾਡੇ ਕੋਲ ਹੈ ਨਹੀਂ। ਬਹੁਤ ਸਾਰੀਆਂ ਇੱਦਾਂ ਦੀਆਂ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਹੈ, ਜਿਹੜੀਆਂ ਕਿਸੇ ਨੇ ਦੇਖੀਆਂ ਨਹੀਂ। ਦੇਖੂਗਾ ਤਾਂ ਕੋਈ ਤਾਂ ਜੇ ਫੀਲਡ 'ਚ ਜਾਊਗਾ। ਬਿਲਕੁਲ ਜੀ, ਹਾਂ ਬਿਲਕੁਲ। ਸੋ ਉਹਨਾਂ ਦੇ ਨਾਲ ਕੀ ਕੁਛ ਗਵਾਚ ਗਿਆ ਹਿਸਟਰੀ ਦਾ, ਉਹਦਾ ਸਾਡੇ ਕੋਲ ਰਿਕਾਰਡ ਹੀ ਨਹੀਂ ਹੈ ਉਸ ਚੀਜ਼ ਦਾ। ਸੋ ਇੱਦਾਂ ਅਸੀਂ 22 ਸਪੀਸ਼ੀਜ਼ ਐਂਟਸ ਦੀਆਂ ਇਨਵੇਸਿਵ ਇੰਡੀਆ 'ਚ ਬਹੁਤ ਬੁਰੀ ਤਰ੍ਹਾਂ ਫੈਲੀਆਂ ਹੋਈਆਂ। ਮੇਰੇ ਸਟੂਡੈਂਟ ਦਾ ਇੱਕ ਥੀਸਿਸ ਸੀ ਸ਼ਾਹਿਦ ਅਲੀ ਦਾ ਵੈਸਟਰਨ ਘਾਟਸ ਤੋਂ, 22 ਸਪੀਸ਼ੀਜ਼ ਅਸੀਂ ਵੈਸਟਰਨ ਘਾਟ ਤੋਂ ਇਨਵੇਸਿਵ ਰਿਪੋਰਟ ਕੀਤੀਆਂ। ਹੁਣ ਵੀ ਬੱਚੇ ਉੱਥੇ ਵੈਸਟਰਨ ਘਾਟ ਜਾ ਕੇ ਆਏ ਆ ਪਿਛਲੇ ਸਟੂਡੈਂਟਸ। ਸੋ ਨੰਬਰ ਉੱਥੇ ਬਹੁਤ ਜ਼ਿਆਦਾ ਵੱਧ ਰਿਹਾ। ਕਹਿਣ ਨੂੰ ਅਸੀਂ ਕਹੀ ਜਾ ਰਹੇ ਹਾਂ ਕਿ ਵੈਸਟਰਨ ਘਾਟ ਸਾਡਾ ਹੈਰੀਟੇਜ ਸਾਈਟ ਹੈ, ਉੱਥੇ ਕੁਛ ਨਹੀਂ ਹੋ ਰਿਹਾ, ਉਹ ਸਾਡਾ ਸਾਰਾ ਠੀਕ ਹੈ। ਸੇਮ ਪੰਜਾਬ ਦੀ ਸ਼ਿਵਾਲਿਕ ਦਾ ਹਾਲ ਹੈ। ਇੱਥੋਂ ਵੀ ਸਾਡਾ ਡਾਟਾ ਜਿਹੜਾ ਇੰਡੀਕੇਟ ਕਰਦਾ ਕਿ ਇੱਥੇ ਵੀ ਇਨਵੇਸਿਵ ਸਪੀਸ਼ੀਜ਼ ਬਹੁਤ ਬੁਰੀ ਤਰ੍ਹਾਂ ਫੈਲ ਗਈਆਂ। ਸੋ ਉਹਨਾਂ ਨੂੰ ਦੇਖ ਕੇ ਹੀ ਸਾਨੂੰ ਪਤਾ ਲੱਗ ਜਾਂਦਾ ਕਿ ਸਾਡਾ ਈਕੋਸਿਸਟਮ ਖਰਾਬੀ ਵਾਲੀ ਸਾਈਡ ਨੂੰ ਤੁਰਿਆ ਜਾ ਰਿਹਾ। ਜੀ ਜੀ, ਤੁਸੀਂ ਆਪਣੇ ਜੀ ਜਿੰਨਾ ਕੁ ਤੁਹਾਡਾ ਤਜਰਬਾ, ਜਿੰਨਾ ਕੁ ਤੁਹਾਡਾ ਖੋਜ ਦਾ ਟਾਈਮ ਆ ਹੈ ਨਾ, ਤੁਸੀਂ ਕਿੰਨੀਆਂ ਪ੍ਰਜਾਤੀਆਂ ਇੱਦਾਂ ਦੀਆਂ ਲੱਭਣ ਦੇ ਵਿੱਚ ਕਾਮਯਾਬ ਹੋਏ ਹੋ ਜਿਹੜੀਆਂ ਤੁਹਾਨੂੰ ਲੱਗਦਾ ਕਿ ਹਾਂ ਤੁਹਾਡੀ ਲੈਬ ਦੇ ਵਿੱਚ ਇੰਨੀਆਂ ਹੈਗੀਆਂ ਨੇ? ਮੇਰੇ ਕੋਲ ਇਸ ਵੇਲੇ 1000 ਦੇ ਕਰੀਬ ਪ੍ਰਜਾਤੀਆਂ ਹੋਣਗੀਆਂ, ਜਿਨ੍ਹਾਂ ਦੇ ਵਿੱਚੋਂ ਮੇਰੇ ਕੋਲ ਇੰਡੋਨੇਸ਼ੀਆ, ਆਸਟਰੀਆ, ਮਲੇਸ਼ੀਆ, ਥਾਈਲੈਂਡ, ਵੀਅਤਨਾਮ, ਜਾਪਾਨ, ਇਹਨਾਂ ਜਗ੍ਹਾ ਦੀ ਵੀ ਪ੍ਰਜਾਤੀਆਂ ਮੈਂ ਰੱਖੀਆਂ ਹੋਈਆਂ। ਮਤਲਬ ਬਾਹਰੋਂ ਮੈਨੂੰ ਫਰੈਂਡਸ ਨੇ ਭੇਜੀਆਂ ਹੋਈਆਂ। ਅਤੇ ਉਹ ਜਿਹੜੀਆਂ ਇੱਥੇ ਉਹਨਾਂ ਵਿੱਚੋਂ 100 ਤੋਂ ਵੱਧ ਤਾਂ ਅਸੀਂ ਨਵੀਆਂ ਇੰਡੀਆ ਤੋਂ ਰਿਪੋਰਟ ਕਰ ਚੁੱਕੇ ਹਾਂ। ਹਾਂਜੀ, ਜਿਨ੍ਹਾਂ ਵਿੱਚੋਂ 2 ਇੱਦਾਂ ਦੀਆਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਰੈੱਡ ਲਿਸਟ ਸਪੀਸ਼ੀਜ਼, ਮਤਲਬ ਜਿਨ੍ਹਾਂ ਨੂੰ ਇਮੀਡੀਏਟਲੀ ਬਚਾਉਣ ਦੀ ਲੋੜ ਹੈ। ਇੱਕ ਸਵਾਲ ਨਾ ਮੇਰੇ ਮਨ 'ਚ ਰਹਿ ਗਿਆ ਮੈਨੂੰ ਲੱਗਦਾ। ਹਾਂਜੀ, ਕੀੜੀਆਂ ਕਈ ਵਾਰੀ ਆਪਸ ਵਿੱਚ ਲੜਦੀਆਂ ਦੇਖੀਆਂ ਹੈ ਨਾ, ਉਹ ਕੀ ਕਾਰਨ ਹੁੰਦਾ? ਕਿ ਇਹ ਦੂਜੀ ਜਾਤੀ ਨੂੰ ਮਾਰਦੀਆਂ ਜਾਂ ਆਪਸ ਵਿੱਚ ਵੀ ਲੜਦੀਆਂ? ਇਹ ਬੜਾ ਇੰਟਰਸਟਿੰਗ ਕੁਐਸਚਨ ਹੈ ਤੁਹਾਡਾ। ਇੱਕ ਤਾਂ ਜਿਹੜੀ ਦੂਜੀ ਪ੍ਰਜਾਤੀ ਹੈ ਉਹਨਾਂ ਨਾਲ ਤਾਂ ਪ੍ਰੋਬਲਮ ਹੈ ਹੀ ਹੈ, ਕਿਉਂਕਿ ਸੈਂਟ ਡਿਫਰ ਕਰ ਜਾਂਦੇ ਆ, ਦੋਨਾਂ ਦੇ ਸੈਂਟ ਇੱਕ ਦੂਜੇ ਤੋਂ ਡਿਫਰ ਕਰ ਜਾਂਦੇ ਆ। ਦੂਜੀ ਚੀਜ਼ ਇੱਕ ਇੰਟਰਸਟਿੰਗ ਹੋਰ ਵੀ ਹੈ, ਜਿੱਦਾਂ ਸਪੋਜ਼ ਕਰੋ ਪ੍ਰਜਾਤੀ ਇੱਕੋ ਹੀ ਹੈ, ਨੈਸਟ ਇੱਥੇ 2 ਹੈ, ਇੱਕ ਦਾ ਨੈਸਟ ਉੱਧਰ ਹੈ, ਇੱਕ ਦਾ ਨੈਸਟ ਇੱਧਰ ਹੈ। ਜੇ ਤੁਸੀਂ ਉਹਦਾ ਚੱਕ ਕੇ ਇੱਧਰ ਨੂੰ ਪਾਉਣ ਦੀ ਕੋਸ਼ਿਸ਼ ਕਰੋਗੇ ਫਿਰ ਵੀ ਉਹਨਾਂ ਦੀ ਲੜਾਈ ਦੇ ਪੂਰੇ ਚਾਂਸਿਸ ਹੈ, ਕਿਉਂਕਿ ਇਹ ਸੈਂਟ ਜਿਹੜੇ ਆ ਨੈਸਟ ਟੂ ਨੈਸਟ ਵੀ ਵੇਰੀ ਕਰ ਜਾਂਦੇ ਆ। ਪਰ ਜਿਹੜੀਆਂ ਸਪੀਸ਼ੀਜ਼ ਇਨਵੇਸਿਵ ਹੈ, ਜਿਨ੍ਹਾਂ 'ਚ ਫੈਲਾਅ ਬਹੁਤ ਜ਼ਿਆਦਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ, ਜਿੱਦਾਂ ਇੰਡੀਆ ਦੇ ਵਿੱਚ ਬਹੁਤ ਜ਼ਿਆਦਾ ਫੈਲ ਗਈਆਂ ਇੱਦਾਂ ਦੀਆਂ, ਉਹਨਾਂ ਨੇ ਇਸ ਚੀਜ਼ ਨੂੰ ਓਵਰਕਮ ਕਰ ਲਿਆ। ਉਹਨਾਂ ਨੇ ਕੀ ਕੀਤਾ ਕਿ ਉਹ ਚਾਹੇ 50 ਨੈਸਟ ਇੱਕ ਜਗ੍ਹਾ 'ਤੇ ਬਣਾ ਲੈਣ ਔਰ ਅੰਦਰੋਂ ਉਹ ਕਨੈਕਟਡ ਹੋਣਗੇ, ਇੱਕ ਦੀ ਦੂਜੇ 'ਚ ਵੜ ਜੂ, ਤੀਜੇ 'ਚ ਵੜ ਜੂ, ਉੱਥੇ ਕੋਈ ਲੜਾਈ ਨਹੀਂ ਹੋਊਗੀ, ਬਿਕੋਜ਼ ਉਹਨਾਂ ਨੇ ਉਸ ਜਗ੍ਹਾ ਨੂੰ ਬੁਰੀ ਤਰ੍ਹਾਂ ਨਾਲ ਆਕੂਪਾਈ ਕਰਨਾ। ਸੋ ਬੇਸਿਕਲੀ ਕੈਮੀਕਲ ਕਮਿਊਨੀਕੇਸ਼ਨ ਤੇ ਸੈਂਟ ਇੰਨੇ ਐਡਵਾਂਸਡ ਹੈ
ਕਿ ਉਹਨਾਂ ਦੇ ਬੇਸ ਤੇ ਇੱਕ ਦੂਜੇ ਨੂੰ ਰਿਕੋਗਨਾਈਜ਼ ਕਰ ਲੈਂਦੀਆਂ ਕਿ ਮੇਰੀ ਨੈਸਟ ਦੀ ਹੈ ਕਿ ਦੂਜੇ ਨੈਸਟ ਦੀ ਹੈ। ਕਿ ਜਿਹੜੇ ਵੀ ਮਤਲਬ ਆਉਣ ਵਾਲੀ ਜਨਰੇਸ਼ਨ ਹੈ ਜਾਂ ਆਉਣ ਵਾਲੇ ਸਟੂਡੈਂਟ ਹੈ ਉਹਨਾਂ ਨੂੰ ਨੈਚੁਰਲ ਹਿਸਟਰੀ ਜਾਂ ਫੀਲਡ ਆਬਜ਼ਰਵੇਸ਼ਨ 'ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ। ਬਿਕੋਜ਼ ਜਿੱਦਾਂ ਦੀ ਤਬਾਹੀ ਆ ਬਰਬਾਦੀ ਹੁਣ ਚੱਲ ਰਹੀ ਆ, ਸਾਡੇ ਕੋਲ ਇੰਨਾ ਟਾਈਮ ਰਹਿ ਨਹੀਂ ਗਿਆ ਕਿ ਜੋ ਕੁਛ ਕੁਦਰਤ ਦੇ ਵਿੱਚ ਹੈ ਉਹਨੂੰ ਅਸੀਂ ਆਉਣ ਵਾਲੀ ਜਨਰੇਸ਼ਨ ਲਈ ਸੰਭਾਲ ਲਈਏ ਜਾਂ ਆਉਣ ਵਾਲੀ ਜਨਰੇਸ਼ਨ ਉਹਨੂੰ ਦੇਖ ਸਕੇ। ਇਸ ਕਰਕੇ ਨੈਚੁਰਲ ਹਿਸਟਰੀ ਜਾਂ ਫੀਲਡ ਦੇ ਵਿੱਚ ਜਾ ਕੇ ਕੰਮ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਇੰਡੀਆ ਦੇ ਵਿੱਚ ਜਿੰਨੇ ਵੀ ਇੰਸਟੀਚਿਊਟ ਹੈ, ਚਾਹੇ ਉਹਨਾਂ ਨੂੰ ਪ੍ਰੀਮੀਅਰ ਕਹਿ ਲਓ ਚਾਹੇ ਵਧੀਆ ਕਹਿ ਲਓ, ਉਹ ਸਾਰੇ ਲੈਬੋਰਟਰੀ ਤੋਂ ਬਾਹਰ ਕੋਈ ਨਹੀਂ ਜਾਂਦਾ। ਤੁਸੀਂ ਡਾਟਾ ਕੱਢ ਕੇ ਦੇਖ ਲਓ 1 ਜਾਂ 2% ਸਾਇੰਟਿਸਟ ਹੀ ਹੋਣਗੇ ਜਿਹੜੇ ਤੁਹਾਨੂੰ ਫੀਲਡ 'ਚ ਮਿਲਣਗੇ। ਨਾਰਮਲੀ ਸਾਰਾ ਕੰਮ ਜਿਹੜਾ ਉਹ ਲੈਬ ਓਰੀਐਂਟਡ ਹੈ, ਲੈਬ ਸੈਂਟਰਿਕ ਹੈ। ਸੋ ਅਲਟੀਮੇਟਲੀ ਜੋ ਕੁਛ ਬਾਹਰ ਕੁਦਰਤ ਨੇ ਸਾਡੇ ਲਈ ਬਣਾਇਆ ਹੋਇਆ, ਜਿਹਦੇ ਨਾਲ ਅਸੀਂ ਰੋਜ਼ ਇੰਟਰੈਕਟ ਕਰਨਾ ਦੇਖਣਾ, ਜਿਹਦੇ ਕਰਕੇ ਅਸੀਂ ਬਚੇ ਹੋਏ ਹਾਂ, ਅਸੀਂ ਉਹਨੂੰ ਤਾਂ ਦੇਖ ਹੀ ਨਹੀਂ ਰਹੇ। ਉਹਦੇ ਬਾਰੇ ਤਾਂ ਅਸੀਂ ਬੌਦਰ ਹੀ ਨਹੀਂ ਕਰਦੇ ਵੀ ਉੱਧਰ ਕੀ ਹੈ ਜਾਂ ਉਹ ਸਾਨੂੰ ਕੀ ਦੇ ਰਹੇ ਆ, ਅਸੀਂ ਉਹਨਾਂ ਤੋਂ ਕੀ ਲੈ ਰਹੇ ਹਾਂ। ਅਸੀਂ ਆਪਣਾ ਹੀ ਘੋੜਾ ਦੱਬਿਆ ਹੋਇਆ ਕਿ ਸਾਡਾ ਕੰਮ ਵਧੀਆ ਚੱਲ ਰਿਹਾ, ਸਾਨੂੰ ਕਿਸੇ ਦੇ ਬਾਰੇ 'ਚ ਬੌਦਰ ਕਰਨ ਦੀ ਲੋੜ ਨਹੀਂ ਹੈ। ਇੱਕ ਆਪਾਂ ਦੇਖਦੇ ਆ ਜੀ ਭੂਰੀਆਂ ਕੀੜੀਆਂ, ਹਨਾ, ਲਾਲ ਕੀੜੀਆਂ ਜਾਂ ਕਹਿ ਦਿੰਦੇ ਆ, ਉਹਨਾਂ ਦਾ ਕੀ ਆ ਜੀਵਨ? ਥੋੜਾ ਜਿਹਾ ਉਹਨਾਂ ਬਾਰੇ ਵੀ ਦੱਸੋ, ਜਾਂ ਮਨੁੱਖ ਉਹਦੇ ਤੋਂ ਕੀ ਲੈਂਦਾ, ਵੀ ਉਹਨੂੰ ਵਰਤਦਾ ਕਿਵੇਂ ਆ, ਹਨਾ, ਉਹਨਾਂ ਬਾਰੇ ਵੀ ਥੋੜੀ ਜਿਹੀ ਗੱਲ ਕਰੋ। ਇੱਕ ਇਹਦੇ ਵਿੱਚ ਜਿਹੜੀ ਤੁਸੀਂ ਲਾਲ ਕਹਿ ਰਹੇ ਹੋ, ਉਹਦਾ ਜਿਹੜਾ ਸਾਇੰਟੀਫਿਕ ਨੇਮ ਹੈ ਉਹ ਹੈਗਾ ਓਇਕੋਫਿਲਸ ਮਾਰਗੇਡੀਨਾ। ਪੂਰੇ ਇੰਡੀਆ ਦੇ ਵਿੱਚ, ਏਸ਼ੀਆ ਦੇ ਵਿੱਚ ਫੈਲੀ ਹੋਈ ਹੈ। ਜੇ ਤੁਸੀਂ ਅੰਬ ਦੇ ਦਰਖਤ ਜਾਂ ਅਮਰੂਦ ਜਾਂ ਕਹਿ ਲਓ ਨਿੰਬੂ, ਇਹਨਾਂ ਦੇ ਦਰਖਤ ਦੇਖੋ ਤਾਂ ਪੰਜਾਬ ਦੇ ਵਿੱਚ ਆਮ ਤੌਰ 'ਤੇ ਜਾਂ ਉੱਤਰ ਭਾਰਤ 'ਚ ਵੀ, ਈਵਨ ਨਾਰਥ ਈਸਟ ਦੇ ਵਿੱਚ ਵੀ, ਇਹ ਜਿਹੜੇ ਆਪਣੇ ਘੋਂਸਲੇ ਆ ਉੱਪਰ ਬਣਾਉਂਦੀਆਂ ਉਹਦੇ 'ਤੇ। ਔਰ ਬੜੀ ਉਹਦੇ ਜਿਹੜਾ ਬਣਾਉਣ ਦਾ ਤਰੀਕਾ ਉਹ ਬੜਾ ਇੰਟਰਸਟਿੰਗ ਹੈ। ਸਾਰਿਆਂ ਤੋਂ ਪਹਿਲੇ ਜਿਵੇਂ ਮੈਂ ਵਿਲਸਨ ਦੀ ਗੱਲ ਕੀਤੀ ਸੀ, ਸਾਰਿਆਂ ਤੋਂ ਪਹਿਲੇ ਉਹਨਾਂ ਨੇ ਉਹ ਰਿਪੋਰਟ ਕੀਤਾ ਸੀ ਉਸ ਵੇਲੇ ਪੇਪਰ ਉਸ ਲਈ ਕਾਫੀ ਵੱਡੇ ਜਰਨਲ 'ਚ ਛਪਿਆ ਸੀ। ਸੋ ਉਹ ਕੀ ਕਰਦੀਆਂ ਕਿ ਪੱਤਿਆਂ ਨੂੰ ਫੜ ਕੇ, ਮਤਲਬ ਆਪਣੇ ਦੰਦਾਂ ਨਾਲ ਪੱਤਿਆਂ ਨੂੰ ਫੜਦੀਆਂ, 2 ਪੱਤਿਆਂ ਨੂੰ ਫੜ ਕੇ ਜਿਹੜੇ ਉਹਨਾਂ ਦੇ ਲਾਰਵੇ ਹੈ, ਮਤਲਬ ਆਂਡੇ ਤੋਂ ਅਗਲੀ ਜਿਹੜੀ ਸਟੇਜ ਹੁੰਦੀ ਹੈ ਬੱਚੇ ਦੀ, ਉਹਨੂੰ ਆਪਾਂ ਲਾਰਵਾ ਕਹਿੰਦੇ ਹਾਂ, ਜਿਹਦੇ 'ਚ ਸਮਝ ਲਓ ਅੰਗ ਜੇ ਨਿਕਲਣੇ ਸ਼ੁਰੂ ਹੋ ਜਾਂਦੇ ਆ। ਉਹਨਾਂ 'ਚ ਪੰਜਾਬੀ 'ਚ ਕਹਾਂ ਗੁੱਤਗੁਤਾਰੀ ਜਿਹੀ ਕਰਦੀਆਂ। ਗੁੱਤਗੁਤਾਰੀ ਕਰਨ ਨਾਲ ਲਾਰਵਾ ਕੀ ਕਰਦਾ, ਉਹ ਇੱਕ ਗਮ ਲਾਈਕ ਮਟੀਰੀਅਲ ਰਿਲੀਜ਼ ਕਰਦਾ। ਉਹ ਜਿਹੜਾ ਗੋਂਦ ਵਰਗਾ ਮਟੀਰੀਅਲ ਹੈ ਉਹਨੂੰ ਪੱਤਿਆਂ ਦੇ ਐਜਿਸ 'ਤੇ ਉਹਨੂੰ ਫੜ ਕੇ ਫਿਰਾ ਲੈਂਦੀਆਂ, ਬਾਅਦ 'ਚ ਪੱਤਿਆਂ ਨੂੰ ਜੋੜ ਦਿੰਦੀਆਂ। ਅਤੇ ਇਹ ਮਤਲਬ ਇਹਨਾਂ ਦੇ ਜਿਹੜੇ ਨੈਸਟ ਹੈ ਉਹ ਜਨਰਲੀ ਇਹਨਾਂ ਦਰਖਤਾਂ ਦੇ ਉੱਪਰ ਬਣੇ ਹੁੰਦੇ ਆ, ਉਹਨਾਂ ਨੇ ਪੱਤੇ ਇਕੱਠੇ ਕਰਕੇ ਬਣਾਏ ਹੁੰਦੇ ਆ। ਹੁਣ ਸਾਨੂੰ ਇਹਨਾਂ ਦਾ ਫਾਇਦਾ ਇਹ ਹੈ ਕਿ ਜਿਹੜੇ ਦਰਖਤ ਉੱਤੇ ਹੁੰਦੀਆਂ, ਜੇ ਉਹ ਫਲ ਵਾਲਾ ਦਰਖਤ ਹੈ ਤਾਂ ਉਹਦੇ 'ਤੇ ਕੋਈ ਹੋਰ ਕੀੜਾ ਫਲ ਨੂੰ ਨਹੀਂ ਖਾਊਗਾ, ਕਿਉਂਕਿ ਇਹਨਾਂ ਨੇ ਫਲ ਤਾਂ ਖਾਣਾ ਨਹੀਂ, ਇਹਨਾਂ ਨੇ ਖੁਦ ਤਾਂ ਖਾਣਾ ਨਹੀਂ। ਇਹ ਇੱਕ ਪ੍ਰੋਟੈਕਸ਼ਨ ਪ੍ਰੋਵਾਈਡ ਕਰਦੀਆਂ। ਆਸਟ੍ਰੇਲੀਆ ਦੇ ਵਿੱਚ ਹੋਰ ਜਗ੍ਹਾ ਇਹਨਾਂ ਨੂੰ ਵਰਤਿਆ ਜਾਂਦਾ ਬਾਇਓਲੋਜੀਕਲ ਕੰਟਰੋਲ ਦੇ ਤੌਰ 'ਤੇ, ਕਿ ਤੁਸੀਂ ਇਹਨਾਂ ਨੂੰ ਯੂਜ਼ ਕਰਕੇ ਬਾਕੀ ਇਨਸੈਕਟਸ ਤੋਂ ਜਾਂ ਹੋਰਨਾਂ ਤੋਂ ਫਲਾਂ ਨੂੰ ਬਚਾਓ। ਦੂਜਾ ਇਹਨਾਂ ਦਾ ਇਹ ਹੈ ਕਿ ਝਾਰਖੰਡ ਦੇ ਵਿੱਚ ਜਾਂ ਜਿਹੜੇ ਇੰਡੀਆ ਦੇ ਟਰਾਈਬਲ ਏਰੀਆਜ਼, ਮੈਂ ਵੀ ਉੱਥੇ ਜਾ ਕੇ ਖੁਦ ਵੀ ਓਬਜ਼ਰਵ ਕੀਤਾ, ਲੋਕੀ ਕੀ ਕਰਦੇ ਆ, ਇਹਨਾਂ ਦਾ ਪੇਸਟ ਬਣਾ ਲੈਂਦੇ ਆ। ਟਰਾਈਬਲਸ ਕੋਲ ਇਹਨਾਂ ਚੀਜ਼ਾਂ ਦੀ ਬਹੁਤ ਨੌਲੇਜ ਹੈ, ਤੁਹਾਨੂੰ ਪਤਾ, ਜਿਨ੍ਹਾਂ ਨੂੰ ਆਪਾਂ ਕਹਿੰਦੇ ਇੰਡੀਜੀਨਸ ਮੈਡੀਸਨਸ ਜਾਂ ਇੱਦਾਂ ਦੀਆਂ ਚੀਜ਼ਾਂ, ਉਹਨਾਂ ਦਾ ਪੇਸਟ ਬਣਾਉਂਦੇ ਆ। ਪੇਸਟ ਬਣਾ ਕੇ ਜਦੋਂ ਖੰਘ ਬੁਖਾਰ ਕੋਈ ਇੱਦਾਂ ਦੀ ਚੀਜ਼ ਹੁੰਦੀ, ਉਹ ਦਵਾਈ ਨਹੀਂ ਲੈਂਦੇ, ਉਹੀ ਖਾਂਦੇ ਆ ਪੇਸਟ, ਔਰ ਉਹਦੇ ਨਾਲ ਉਹ ਠੀਕ ਵੀ ਹੋ ਜਾਂਦੇ ਆ, ਕਿਉਂਕਿ ਉਹਨਾਂ ਦੇ ਵਿੱਚ ਇੱਦਾਂ ਦੇ ਇਨਗਰੀਡੀਐਂਟ ਹੈ ਕਿ ਉਹਨਾਂ ਨੂੰ ਫਰਕ ਪੈ ਜਾਂਦਾ। ਚਾਈਨਾ ਦੇ ਵਿੱਚ ਸੂਪ ਦੇ ਤੌਰ 'ਤੇ ਵੀ ਵਰਤੀਆਂ ਜਾਂਦੀਆਂ। ਇੰਡੋਨੇਸ਼ੀਆ ਦੇ ਵਿੱਚ ਇਹਨਾਂ ਨੂੰ ਮੈਂ ਗਿਆ ਅਤੇ ਬਾਜ਼ਾਰ ਦੇ ਵਿੱਚ ਰੱਖੇ ਹੁੰਦੇ ਆ ਉਹਨਾਂ ਨੇ ਲਾਰਵੇ, ਐਗ ਪਿਊਪੇ। ਮਤਲਬ ਤੁਸੀਂ ਉੱਥੋਂ ਤੁਸੀਂ ਉਹਨਾਂ ਨੂੰ ਪਰਚੇਜ਼ ਕਰੋ ਅਤੇ ਆਪਣਾ ਚਾਹੇ ਸੂਪ ਬਣਾਓ ਚਾਹੇ ਸਬਜ਼ੀ 'ਚ ਪਾਓ। ਲੋਕ ਉੱਧਰ ਇਹਨਾਂ ਨੂੰ ਖਾਂਦੇ ਵੀ ਆ, ਬਿਕੋਜ਼ ਇਨਸੈਕਟਸ ਆਉਣ ਵਾਲੇ ਟਾਈਮ 'ਚ ਇੱਕ ਜ਼ਰੀਆ ਵੀ ਬਣ ਗਿਆ ਫੂਡ ਦਾ, ਕਿਉਂਕਿ ਪ੍ਰੋਟੀਨ ਰਿਚ ਵੀ ਹੈ। ਔਰ ਇਨਸੈਕਟਸ ਨੂੰ ਤੁਸੀਂ ਜੇ ਰੀਅਰ ਵੀ ਕਰ ਸਕਦੇ ਹੋ ਤਾਂ ਜਿੱਦਾਂ ਆਉਣ ਵਾਲੇ ਟਾਈਮ 'ਚ ਹਿਊਮਨ ਸਪੀਸ਼ੀਜ਼ ਫੂਡ ਦੀ ਸਕੈਰਸਿਟੀ ਵੀ ਆਪਾਂ ਫੇਸ ਕਰ ਰਹੇ ਹਾਂ ਕਿ ਸਾਰਿਆਂ ਨੂੰ ਭੋਜਨ ਮਿਲਣਾ ਘੱਟ ਜਾਊਗਾ, ਜਿੱਦਾਂ ਅਸੀਂ ਦਰਖਤਾਂ ਜਾਂ ਹੋਰ ਚੀਜ਼ਾਂ ਦੇ ਮਗਰ ਹੈ। ਤਾਂ ਇਨਸੈਕਟਸ ਵੀ ਇੱਕ ਬਹੁਤ ਅੱਛਾ ਸਬਸਟੀਚਿਊਟ ਹੈ ਜਿਹਦੇ ਵਿੱਚ ਸਾਨੂੰ ਲਿਪਿਡ, ਪ੍ਰੋਟੀਨ, ਕਾਰਬੋਹਾਈਡਰੇਟ ਸਾਰੀਆਂ ਚੀਜ਼ਾਂ ਮਿਲਦੀਆਂ। ਅੰਨੇ ਬਾਹਰ ਰੇਹਾਂ ਸਪਰੇਹਾਂ ਛਿੜਕ ਰਹੇ ਆ, ਇਹ ਨਹੀਂ ਦੇਖਦੇ ਕਿ ਕੀੜੀਆਂ ਦਰਖਤ 'ਤੇ ਨੇ, ਕੀੜੀਆਂ ਘਰ 'ਚ ਨੇ, ਅਸੀਂ ਉਹਨਾਂ ਨੂੰ ਮਾਰਨ ਦੀ ਕਰਦੇ ਹਾਂ। ਦਰਖਤ 'ਤੇ ਕੀੜੀਆਂ ਦੇਖਦੇ ਹਾਂ ਤਾਂ ਰੇਹ ਕਰ ਦਿੰਦੇ ਹਾਂ, ਸਪਰੇਅ ਸਿੱਟ ਦਿੰਦੇ ਹਾਂ ਆਪਾਂ। ਤਾਂ ਇਹਨਾਂ ਚੀਜ਼ਾਂ ਨੂੰ ਬਚਾਉਣ ਦੀ ਲੋੜ ਆ, ਸਮਝਣ ਦੀ ਲੋੜ ਆ, ਕਿਉਂਕਿ ਇਹਨਾਂ ਚੀਜ਼ਾਂ ਦੇ ਕਰਕੇ ਧਰਤੀ ਆ ਜਿਹੜੀ ਉਹ ਬਚੀ ਹੋਈ ਆ। ਹਰੇਕ ਚੀਜ਼ ਆ ਜਿਹੜੀ ਧਰਤੀ 'ਤੇ, ਹਰੇਕ ਪ੍ਰਜਾਤੀ ਆ, ਉਹਦੀ ਕੋਈ ਨਾ ਕੋਈ ਦੇਣ ਜ਼ਰੂਰ ਆ, ਇਕੱਲੇ ਮਨੁੱਖ ਦੀ ਨਹੀਂ। ਅੱਜ ਮਨੁੱਖ ਜਿੰਨਾ ਲਾਲਚ ਦੇ ਮਗਰ ਪੈ ਕੇ ਧਰਤੀ ਨੂੰ ਬਰਬਾਦ ਕਰਨ 'ਤੇ ਲੱਗਿਆ ਹੋਇਆ, ਓਨਾ ਹੀ ਜਾਨਵਰ, ਪੰਛੀ ਜਾਂ ਜਿਹੜੇ ਸਾਨੂੰ ਕਦੇ ਦਿਖਦੇ ਵੀ ਨਹੀਂ, ਉਹ ਧਰਤੀ ਨੂੰ ਬਚਾਉਣ ਲਈ ਲੱਗੇ ਹੋਏ ਨੇ। ਤਾਂ ਸਾਨੂੰ ਵੀ ਧਰਤੀ ਨੂੰ ਬਚਾਉਣ ਲਈ ਕੁਝ ਕਦਮ ਜ਼ਰੂਰ ਪੁੱਟਣੇ ਚਾਹੀਦੇ ਆ। ਜੁੜੇ ਰਹੋ ਦੁਨੀਆ ਦੇ ਨਾਲ।